ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਭੈਰੋ ਮਹੱਲਾ ਪੰਜਵਾ। ਪੜਤਾਲ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਤਪਾਲ ਪ੍ਰਭ ਕਿਰਪਾਲ ਕਮਨ ਗੁਣ ਗਣੀ। ਪਰਤਪਾਲ ਪ੍ਰਭ ਕਿਰਪਾਲ ਕਮਨ ਗੁਣ ਗਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਨ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਭੈਰੋ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭੈਰੋ ਰਾਗ ਦੇ ਵਿੱਚ ਪਹਿਲਾਂ ਚੌਪ ਦੇ ਸ਼ਬਦ ਚੱਲ ਰਹੇ ਸਨ, ਹੁਣ ਪ੍ਰਕਰਨ ਚੇਂਜ ਕਰ ਰਹੇ ਨੇ। ਪੜਤਾਲ ਘਰ ਤੀਜਾ। ਤੀਸਰੇ ਸੁਰਤਾਲ ਦੇ ਵਿੱਚ ਪੜਤਾਲ ਉਚਾਰਦੇ ਨੇ, ਪਰਤਾਉ ਦਾ ਤਾਲ ਭਾਵ ਜਿਸ ਦੇ ਗਾਉਣ ਦੇ ਵਿੱਚ ਤੁਕ ਤੁਕ ਦੇ ਤਾਲ ਪਰਤਦਾ ਜਾਂਦਾ ਹੋਵੇ ਉਸ ਨੂੰ ਪੜਤਾਲ ਬੋਲਦੇ ਨੇ ਜਾਂ ਪੱਟ ਤਾਲ। ਚਾਰ ਤਾਲ ਦਾ ਭੇਦ। ਇਸ ਤਾਲ ਦੇ ਵਿੱਚ ਗਾਏ ਜਾਣ ਵਾਲੇ ਪਦਾਂ ਦੀ ਪੜਤਾਲ ਸੰਗਿਆ ਹੋ ਗਈ ਹੈ। ਜਾਂ ਜਿਸ ਬਾਣੀ ਵਿੱਚ ਪਰਮਾਤਮਾ ਦੀ ਪੜਤਾਲ ਖੋਜ ਹੋਵੇ ਐਸੀ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓੰਕਾਰ। ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਇਹ ਬੀਜ ਰੂਪ ਮੰਤਰ ਦਾ ਮੰਗਲ ਕੀਤਾ ਹੈ ਕਿਉਂਕਿ ਪ੍ਰਕਰਨ ਬਦਲਿਆ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਪਰਤਪਾਲ ਪ੍ਰਭ ਕਿਰਪਾਲ। ਹੇ ਭਾਈ ਜੋ ਮੇਰਾ ਪ੍ਰਭੂ ਹੈ ਉਹ ਕਿਰਪਾ ਦਾ ਘਰ ਹੈ ਤੇ ਸਭ ਤਾਈਂ ਪਰਤਪਾਲ ਪਾਲਣਾ ਕਰਦਾ ਹੈ। ਕਵਨ ਗੁਣ ਗਣੀ। ਮੈਂ ਉਸ ਦੇ ਕਿਹੜੇ ਕਿਹੜੇ ਗੁਣ ਗਿਣਤੀ ਕਰਕੇ ਵਿਚਾਰ ਕੇ ਤੁਹਾਨੂੰ ਦੱਸਣਾ ਕਰਾਂ। ਭਾਵ ਉਹਦੇ ਵਿੱਚ ਬੇਅੰਤ ਗੁਣ ਹਨ। ਅਨੇਕ ਰੰਗ ਬਹੁਤ ਰੰਗ। ਉਸਨੇ ਅਨੇਕਾਂ ਹੀ ਰੰਗਾਂ ਦੇ ਜੀਵ ਪੈਦਾ ਕੀਤੇ ਨੇ। ਜੋ ਜੀਵ ਅੱਗੋਂ ਬੇਅੰਤ ਰੰਗਾਂ ਦੇ ਹਨ। ਜਿਵੇਂ ਤੋਤੇ ਕੇਵਲ ਹਰੇ ਰੰਗ ਦੇ ਨੇ, ਕਾਂ
ਕਾਲੇ ਰੰਗ ਦੇ ਹੀ ਨੇ, ਪਰ ਮੋਰ ਤਿੱਤਰ ਆਦਿਕ ਇੱਕ ਦੇ ਹੀ ਅਨੇਕਾਂ ਰੰਗ ਹਨ। ਜਾਂ ਰਾਜਸੀ, ਤਾਮਸੀ, ਸਾਂਤਕੀ, ਜਾਂ ਸਾਰੇ ਖਾਣੀਆਂ ਦੇ ਅਨੇਕ ਰੰਗਾਂ ਦੇ ਜੀਵ ਪੈਦਾ ਕੀਤੇ ਨੇ। ਫਿਰ ਉਹ ਪਰਮਾਤਮਾ ਸਾਰਿਆਂ ਦਾ, ਮਹਾਰਾਜ ਕਹਿੰਦੇ ਸਰਬ ਕੋ ਤਨੀ, ਸਾਰਿਆਂ ਦਾ ਮਾਲਕ ਹੈ, ਅਥਵਾ ਉਹ ਪ੍ਰਭੂ ਅਨੇਕਾਂ ਕੌਤਕ ਕਰਨੇ ਵਾਲਾ ਹੈ। ਬੇਅੰਤ ਜੀਵਾਂ ਰੂਪ ਤਰੰਗ ਲਹਿਰਾਂ ਨੂੰ ਪੈਦਾ ਕਰਨ ਵਾਲਾ ਹੈ। ਫਿਰ ਸਾਰੇ ਜੀਵਾਂ ਦਾ ਮਾਲਕ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਅਨਕ ਗਿਆਨ ਅਨਕ ਧਿਆਨ, ਉਸ ਦੀ ਸ੍ਰਿਸ਼ਟੀ ਅੰਦਰ ਅਨੇਕਾਂ ਹੀ ਗਿਆਨ, ਅਨੇਕਾਂ ਹੀ ਧਿਆਨ ਹਨ। ਇਸੇ ਪ੍ਰਕਾਰ ਅਨਕ ਗਿਆਨ ਅਨਕ ਧਿਆਨ, ਅਨੇਕਾਂ ਹੀ ਉਸ ਦੇ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਕਰਨ ਵਾਲੇ ਨੇ, ਅਨੇਕਾਂ ਹੀ ਉਸ ਦੇ ਸਰਗੁਣ ਸਰੂਪ ਦਾ ਧਿਆਨ ਲਾਉਣ ਵਾਲੇ ਹਨ। ਅਨਕ ਜਾਪ ਜਾਪ ਤਾਪ, ਅਨੇਕਾਂ ਹੀ ਜਪੀਆਂ ਦੇ ਜਾਪ ਨੇ ਅਤੇ ਅਨੇਕਾਂ ਹੀ ਤਪੀਆਂ ਦੇ ਤਪ ਹਨ। ਤਿੰਨ ਪ੍ਰਕਾਰ ਦੇ ਜਾਪ ਨੇ, ਵਾਚਕ, ਉਪਾਸ ਤੇ ਮਾਨਸ। ਜੋ ਸਪਸ਼ਟ ਉਚਾਰਨ ਕਰਕੇ ਕੀਤਾ ਜਾਵੇ, ਬੈਖਰੀ ਬੋਲੀ ਦੁਆਰਾ ਉੱਚੀ ਬੋਲ ਕੇ, ਸੋ ਕਹੀਏ ਵਾਚਕ। ਜੋ ਹੋਠਾਂ ਦੇ ਅੰਦਰ ਬਹੁਤ ਧੀਮੀ ਧੁਨ ਵਿੱਚ ਕੀਤਾ ਜਾਏ, ਕੰਠ ਦੇ ਵਿੱਚ, ਮੱਧਮਾ ਦੇ ਵਿੱਚ, ਸੋ ਕਹੀਏ ਉਪਾਸ। ਤੇ ਮਾਨਸ ਜੋ ਮਨ ਦੁਆਰਾ ਕੀਤਾ ਜਾਏ, ਪਰਾ ਬਾਣੀ ਦੁਆਰਾ, ਸੋ ਕਹੀਏ ਮਾਨਸ ਤਪ। ਤਿੰਨ ਪ੍ਰਕਾਰ ਦੇ ਤਪ ਨੇ। ਸ਼ਾਂਤਕੀ ਤਪ, ਚਿੱਤ ਨੂੰ ਇਕਾਗਰ ਕਰਨਾ। ਰਾਜਸੀ ਤਪ, ਇੰਦਰੀਆਂ ਦਾ ਦਮਨ ਕਰਨਾ। ਤਾਮਸੀ ਤਪ, ਧੂਣੀਆਂ ਧੌਣੀਆਂ, ਪੁੱਠੇ ਲਮਕਣਾ ਇਤਿਆਦਿਕ ਹੈ। ਸੋ ਇਹ ਮੁੱਖ ਨੇ। ਬਾਕੀ ਅਨੇਕਾਂ ਹੀ ਜਪੀਆਂ ਦੇ ਜਾਪ ਅਤੇ ਅਨੇਕਾਂ ਹੀ ਤਪੀਆਂ ਦੇ ਤਪ ਹਨ। ਅਨਕ ਗੁਣਤ ਧੁਨਤ ਲਲਤ, ਅਨੇਕਾਂ ਹੀ ਵਿਚਾਰ ਵਾਲੇ ਗਵਈਏ ਨੇ, ਅਨੇਕਾਂ ਹੀ ਅਲਾਪ ਕਰਨ ਵਾਲੇ ਹਨ, ਅਨੇਕਾਂ ਹੀ ਰਾਗਣੀਆਂ ਗਾਉਣਾ ਕਰਦੇ ਨੇ। ਜਾਂ ਲਲਿਤ ਸੁੰਦਰ ਧੁਨਤ ਧੁਨਾਂ ਨੂੰ ਉਚਾਰਨ ਵਾਲੇ ਨੇ। ਜਾਂ ਅਨੇਕਾਂ ਹੀ ਜੀਵ ਦੁਆਰਾ ਅਨੇਕਾਂ ਧੁਨਾਂ ਨੂੰ ਉਚਾਰਨ ਵਾਲੇ ਹਨ ਅਤੇ ਅਨੇਕਾਂ ਹੀ ਅਨੇਕ ਤਾਰ ਮੁਨੀ, ਅਨੇਕਾਂ ਮੰਨਣਸ਼ੀਲ ਲੋਕ ਮੋਨ ਨੂੰ ਧਾਰਨ ਕਰਨ ਵਾਲੇ ਹਨ। ਅਨੇਕ ਨਾਦ ਅਨੇਕ ਬਾਜ, ਅਨੇਕਾਂ ਹੀ ਵਾਜੇ ਨੇ, ਅਨੇਕਾਂ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਦੇ ਭੇਦ ਹਨ। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕਾਂ ਪ੍ਰਕਾਰ ਦੇ ਨਾਦ, ਸੰਖ, ਯੋਗੀਆਂ ਦੀ ਸਿੰਘੀ ਆਦਿਕ ਸਾਜ਼ ਨੇ ਅਤੇ ਅਨੇਕਾਂ ਹੀ ਉਹਨਾਂ ਵਿੱਚੋਂ ਆਵਾਜ਼ਾਂ ਨਿਕਲ ਰਹੀਆਂ ਹਨ। ਬਾਜ ਦਾ ਅਰਥ ਆਵਾਜ਼। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕਾਂ ਪ੍ਰਕਾਰ ਦੇ ਜੀਵਾਂ ਰੂਪ ਨਾਦ ਵਾਜਿਆਂ ਵਿੱਚੋਂ ਅਨੇਕਾਂ ਹੀ ਪ੍ਰਕਾਰ ਦੀਆਂ ਰਾਜਸੀ, ਤਾਮਸੀ, ਸਾਂਤਕੀ ਸੁਭਾਵਾਂ ਵਾਲੀਆਂ ਆਵਾਜ਼ਾਂ ਨਿਕਲ ਰਹੀਆਂ ਹਨ। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕ ਪ੍ਰਕਾਰ ਦੇ ਵਾਜੇ ਨੇ ਅਤੇ ਅਨੇਕ ਪ੍ਰਕਾਰ ਦੀਆਂ ਉਹਨਾਂ ਦੀਆਂ ਨਾਦ ਤਰਜ਼ਾਂ ਨੇ, ਧੁਨੀਆਂ ਹਨ। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕ ਪ੍ਰਕਾਰ ਦੀ ਬਾਜ ਪ੍ਰਗਟਤਾ ਗਮਤਾ ਹੈ। ਜਾਂ ਅਨੇਕ ਪ੍ਰਕਾਰ ਦੀਆਂ ਕਿਸਮਾਂ ਦੇ ਬਾਜ ਆਦਿਕ ਪੰਛੀ ਹਨ। ਨਿਮਕ ਨਿਮਕ ਅਨੇਕ ਸਵਾਦ, ਨਿਮਕ
ਅੱਖ ਦੇ ਝਮਕਣ ਜਿੰਨੇ ਸਮੇਂ ਦਾ ਨਾਮ ਹੈ। ਮਤਲਬ ਬਹੁਤ ਥੋੜ੍ਹੇ ਤੋਂ ਥੋੜ੍ਹੇ ਸਮੇਂ ਅੰਦਰ ਅਨੇਕਾਂ ਹੀ ਯੋਗਾਨੰਦ ਵਿੱਚ ਪਦਾਰਥਾਂ ਦੇ ਸਵਾਦ ਰਸ ਆਉਂਦੇ ਹਨ। ਇਸੇ ਪ੍ਰਕਾਰ ਅਨਕ ਨਾਦ ਅਨਕ ਬਾਜ, ਨਿਮਕ ਨਿਮਕ ਅਨਕ ਸਵਾਦ। ਜੋ ਅਨੇਕ ਪ੍ਰਕਾਰ ਦੀਆਂ ਕਿਸਮਾਂ ਦੇ ਬਾਜ ਆਦਿਕ ਪੰਛੀ ਹਨ, ਜਾਂ ਅਨੇਕ ਪ੍ਰਕਾਰ ਦੇ ਵਾਜੇ ਤੇ ਉਹਨਾਂ ਦੀਆਂ ਆਵਾਜ਼ਾਂ ਨੇ। ਨਿਮਕ ਨਿਮਕ ਕਾਲ ਵਿੱਚ ਅਨੇਕਾਂ ਹੀ ਸਵਾਦ ਪ੍ਰਾਪਤ ਹੋ ਰਹੇ ਹਨ। ਅਨਕ ਦੁਖ ਅਨਕ ਰੋਗ ਮਿਟਾ ਜਸ ਸੁਣੀ। ਉਸ ਪ੍ਰਭੂ ਦਾ ਜਸ ਸੁਣਨ ਨਾਲ ਅਨੇਕਾਂ ਪ੍ਰਕਾਰ ਦੇ ਦੋਖ ਹੈ ਅਤੇ ਅਨੇਕਾਂ ਪ੍ਰਕਾਰ ਦੇ ਪ੍ਰਤੱਖ ਅਗਿਆਨ ਅਹੰਕਾਰ ਆਦਿਕ ਦੁੱਖ ਉਹ ਮਿਟ ਜਾਂਦੇ ਹਨ। ਨਾਨਕ ਸੇਵਿ ਅਪਾਰ ਦੇਵ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਬਾਰੰਬਾਰ ਤੋਂ ਰਹਿਤ ਪੂਜਨੀਕ ਪ੍ਰਕਾਸ਼ ਰੂਪ ਪਰਮਾਤਮਾ ਦੀ ਟਹਿਲ ਭਗਤੀ ਕਰਕੇ ਤਟ ਹੈ ਖਟ ਹੈ ਬਰਤ ਪੂਜਾ। ਕੀਰਤਨ ਦੇ ਕਿਨਾਰੇ ਬੈਠ ਕੇ ਜਾਪ ਕਰਨਾ, ਛੇ ਸ਼ਾਸਤਰਾਂ ਦਾ ਸਿਧਾਂਤ ਵਾਚਨ ਜਾਂ ਛੇ ਕਰਮਾਂ ਵਾਲੇ ਹੋਣ, ਇਕਾਦਸ਼ੀ ਆਦਿਕ ਦੇ ਵਰਤ ਰੱਖਣੇ ਅਤੇ ਜੋ ਤੀਰਥਾਂ ਦੀ ਯਾਤਰਾ ਕਰਨੀ ਆਦਿਕ। ਗਾਵਨ ਭਵਨ ਜਤਰ ਕਰਨ। ਤੀਰਥਾਂ ਦੀ ਯਾਤਰਾ ਆਦਿ ਕਰਨੀ ਸਾਰੇ ਮਹਾਰਾਜ ਕਹਿੰਦੇ ਸਗਲ ਫਲ ਪੁਨੀ। ਸਾਰੇ ਪੁੰਨਾਂ ਦੇ ਫਲ ਪ੍ਰਾਪਤ ਹੋ ਜਾਂਦੇ ਨੇ ਘਰ ਬੈਠਿਆਂ ਹੀ। ਭਾਵ ਇਹਨਾਂ ਕਰਮਾਂ ਧਰਮਾਂ ਵਿੱਚ ਫਸਣ ਦੀ ਲੋੜ ਨਹੀਂ ਹੈ। ਸਤਿਗੁਰੂ ਦੀ ਸੇਵਾ ਦੁਆਰਾ ਇਹਨਾਂ ਕਰਮਾਂ ਨੂੰ ਪ੍ਰਾਪਤ ਹੋਣ ਵਾਲੇ ਫਲ ਸੁਖੈਨ ਹੀ ਪ੍ਰਾਪਤ ਹੋ ਜਾਂਦੇ ਹਨ। ਇਸ ਤੋਂ ਅੱਗੇ ਅੰਕ ਹਨ ਜਿਹੜੇ ਨਾਨਕਸਰ ਵਾਲੇ ਮਹਾਂਪੁਰਖ ਨੇ ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਜਾਂ ਛਾਪਦੇ ਨੇ, ਉਹਨਾਂ ਗੁਟਕਿਆਂ ਵਿੱਚ ਵੀ ਲਿਖਿਆ ਹੁੰਦਾ 8-1 8-2। ਇਹ ਗਲਤ ਹੈ। ਜੇ ਇਸ ਤਰ੍ਹਾਂ ਲਿਖਣਾ ਹੁੰਦਾ ਤਾਂ ਭਾਈ ਗੁਰਦਾਸ ਜੀ ਵੀ ਲਿਖ ਦਿੰਦੇ। ਆਪਦੀ ਮਰਜ਼ੀ ਨਾਲ ਅਸੀਂ ਕੁਝ ਨਹੀਂ ਕਰ ਸਕਦੇ। ਬਾਕੀ ਇਹ ਜਿਹੜੇ ਅੰਕ ਇੱਥੇ ਲਿਖੇ ਨੇ ਇਹ ਕੇਵਲ ਜਾਣਕਾਰੀ ਵਾਸਤੇ ਨੇ, ਇਹਨਾਂ ਨੂੰ ਬੋਲਣਾ ਨਹੀਂ ਹੈ। ਸੁਖਮਨੀ ਸਾਹਿਬ ਦੇ ਵਿੱਚ ਵੀ 8-1 8-2 ਨਹੀਂ ਬੋਲਣਾ, ਉਹ ਤਾਂ ਜਾਣਕਾਰੀ ਹੈ। ਇਹਦੇ ਵਿੱਚ 2 ਅੰਕ ਇਸ ਸ਼ਬਦ ਦਾ ਜੋੜ ਹੈ, 1 ਅੰਕ ਇਸ ਪੜਤਾਲ ਵਾਲੇ ਸ਼ਬਦ ਦਾ ਵਾਚਕ ਹੈ। 57 ਅੰਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੁੱਲ ਟੋਟਲ ਸ਼ਬਦ ਨੇ। 8 ਅੰਕ ਪਹਿਲੇ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ। 21 ਅੰਕ ਤੀਸਰੇ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ। 7 ਅੰਕ ਚੌਥੇ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ। 57 ਅੰਕ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ। ਟੋਟਲ ਅੱਗੇ 93 ਅੰਕ ਦਾ ਭਾਵ ਹੈ ਕਿ ਕੁੱਲ ਜਦੋਂ ਦਾ ਭੈਰੋ ਰਾਗ ਪ੍ਰਾਰੰਭ ਹੋਇਆ ਹੈ ਇੱਥੋਂ ਤੱਕ 93 ਸ਼ਬਦ ਆਏ ਨੇ। ਇੱਕ ਪੜਤਾਲ ਆਈ ਹੈ ਪੰਜਵੇਂ ਪਾਤਸ਼ਾਹ ਦੀ, 57 ਪੰਜਵੇਂ ਪਾਤਸ਼ਾਹ ਦੇ ਸ਼ਬਦ ਨੇ। ਬਾਕੀ ਪਹਿਲੇ ਤੀਜੇ ਤੇ ਚੌਥੇ ਸਤਿਗੁਰਾਂ ਦੇ ਸ਼ਬਦਾਂ ਦਾ ਇਹ ਜੋੜ ਲਿਖਿਆ ਹੈ। ਭਾਈ ਗੁਰਦਾਸ ਸਾਹਿਬ ਜੀ ਇੰਨੇ ਸਿਆਣੇ ਨੇ ਕਿ ਇਸ ਜੋੜ ਦੇ ਲਿਖਣ ਦੇ ਨਾਲ ਕੋਈ ਵੀ ਸ਼ਬਦ ਵਿੱਚੋਂ ਵੱਧ ਜਾਂ ਘੱਟ ਨਹੀਂ ਕਰ ਸਕਦਾ। ਜਿਵੇਂ ਇੱਟਾਂ ਜਿਹੜੇ ਉਤਾਰਦੇ ਨੇ, ਭਾਵੇਂ ਪੂਰੀ ਦਾ ਪੂਰਾ ਟਰੱਕ ਹੋਵੇ, ਕੱਲੀ ਕੱਲੀ ਗਿਣਾਂਗੇ ਕਿੰਨਾ ਟਾਈਮ ਲੱਗ ਜਾਊਗਾ। ਉਹਨਾਂ ਨੇ ਧਾਂਗ ਹੀ ਇਸ ਤਰ੍ਹਾਂ ਲਾ ਦੇਣੀ ਹੈ, ਇੱਟਾਂ ਚੇਣੀ ਇਸ ਤਰ੍ਹਾਂ ਦੇਣੀਆਂ ਨੇ ਕਿ 1 ਮਿੰਟ ਤੋਂ ਪਹਿਲਾਂ ਉਹ ਗਿਣਤੀ ਕਰਾ ਦਿੰਦੇ ਵੀ ਆਹ ਵੇਖੋ 1 ਲਾਈਨ 'ਚ ਇੰਨੀਆਂ ਨੇ ਤੇ ਪਿੱਛੇ ਇੰਨੀਆਂ ਲੈਣਾ ਜਾਂਦੀਆਂ ਨੇ ਝਟਪਟ। ਉਹਦੇ ਵਿੱਚੋਂ ਇੱਕ ਵੀ ਕੋਈ ਇੱਟ ਇੱਧਰ ਉੱਧਰ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਜੀ ਨੇ
ਇਹ ਬੜੀ ਸਿਸਟੇਮੈਟਿਕਲੀ ਗੁਰਬਾਣੀ ਨੂੰ ਲਿਖਣਾ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਬੜੇ ਸਿਆਣੇ ਸਨ। ਉਹਨਾਂ ਨੇ ਪੂਰੇ ਸ਼ਬਦਾਂ ਦੀ ਗਿਣਤੀ ਲਿਖੀ ਹੈ। ਗਿਣਤੀ ਸ਼ਬਦਾਂ ਦੀ ਲਿਖੀ ਤੇ ਫਿਰ ਸ਼ਬਦਾਂ ਦੇ ਵਿੱਚ ਜਿਹੜੇ ਚੌਪ ਦੇ ਉਹ 4-4 ਪਦਿਆਂ ਵਾਲੇ, ਫਿਰ ਇੱਕ ਪਦੇ 'ਚ ਕਿੰਨੀਆਂ ਪੰਕਤੀਆਂ, ਇੱਕ ਪੰਕਤੀ 'ਚ ਕਿੰਨੇ ਅੱਖਰ। ਉਹ ਸਰਲੇਖ ਤੋਂ ਸਾਰਾ ਹੀ ਪਤਾ ਲੱਗਦਾ ਵੀ ਇਹ 4 ਪਦਿਆਂ ਵਾਲੇ, ਤੇ ਪਦਿਆਂ ਦੇ ਵਿੱਚ ਪੰਕਤੀਆਂ ਕਿੰਨੀਆਂ, ਉਹ ਸਾਰਾ ਕੁਛ ਗਿਣਤੀ ਮਿਣਤੀ ਦਾ। ਇਹਦੇ ਵਿੱਚੋਂ ਕੋਈ ਵੀ ਸ਼ਬਦ ਤਾਂ ਬੜਾ ਵੱਡਾ ਹੈ, ਕੱਢ ਨਹੀਂ ਸਕਦਾ, ਕੋਈ ਪੰਕਤੀ ਵੀ ਨਹੀਂ ਹਿਲਾ ਸਕਦਾ। ਇਸ ਤਰ੍ਹਾਂ ਇਹ ਬਹੁਤ ਸਿਆਣਪ ਦੇ ਨਾਲ ਗੁਰਬਾਣੀ ਲਿਖਣਾ ਕੀਤੀ, ਉਚਾਰਨਾ ਕੀਤੀ ਹੈ। ਇੱਥੇ ਚੌਪ ਦੇ ਸ਼ਬਦ ਸੰਪੂਰਨ ਹੋਏ ਨੇ, ਪੜਤਾਲ ਵੀ ਸੰਪੂਰਨ ਹੋਈ ਹੈ। ਆਓ ਅੱਗੇ ਨਵਾਂ ਪ੍ਰਕਰਨ ਬਦਲ ਰਿਹਾ ਹੈ। ਪੈਰੋਂ ਅਸ਼ਟਪਦੀਆਂ 8 ਪਦੀਆਂ ਵਾਲੇ ਸ਼ਬਦ। ਅਸ਼ਟਪਦੀਆਂ ਬਹੁਵਚਨ ਪਦ ਹੈ ਅਤੇ ਪਹਿਲੇ ਪਾਤਸ਼ਾਹ ਜੀ ਦੀ ਇੱਕੋ ਹੀ ਅਸ਼ਟਪਦੀ ਹੈ। ਪਰ ਇਹ ਸ਼ੰਕਾ ਨਹੀਂ ਕਰਨੀ ਕਿ ਪਹਿਲੇ ਪਾਤਸ਼ਾਹ ਜੀ ਦੀ ਅਸ਼ਟਪਦੀ ਤਾਂ ਇੱਕ ਹੈ, ਪਰ ਇੱਥੇ ਬਹੁਵਚਨ ਪਦ ਅਸ਼ਟਪਦੀਆਂ ਲਿਖ ਦਿੱਤਾ। ਇਸ ਅਸ਼ਟਪਦੀ ਤੋਂ ਅੱਗੇ ਤੀਜੇ ਪਾਤਸ਼ਾਹ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਉੱਥੇ ਸਰਲੇਖ ਵਿੱਚ ਸਤਿਗੁਰਾਂ ਨੇ ਅਸ਼ਟਪਦੀਆਂ ਦਾ ਸਰਲੇਖ ਨਹੀਂ ਦਿੱਤਾ। ਸੋ ਭਾਵ ਇਹ ਹੈ ਕਿ ਗੁਰੂ ਜੀ ਨੇ ਇੱਥੇ ਹੀ ਬਹੁਵਚਨ ਵਿੱਚ ਅਸ਼ਟਪਦੀਆਂ ਪਦ ਲਿਖ ਦਿੱਤਾ ਹੈ। ਬਾਕੀ ਜੇ ਕੋਈ ਬਹੁਤਾ ਚੁੰਝ ਗਿਆਨੀ ਸਿਰ ਅੜਾਵੇ ਤੇ ਉਹਦੇ ਅਰਥ ਆਪਾਂ ਇਸ ਤਰ੍ਹਾਂ ਕਰਦੇ ਹਾਂ। ਪੈਰੋਂ ਅਸ਼ਟਪਦੀਆ, ਇਹ ਇੱਕ ਅਸ਼ਟਪਦੀ ਆ ਜੇ, ਹੈ ਨੂੰ ਆ ਲਿਖਿਆ ਹੈ। ਪੈਰੋਂ ਰਾਗ ਦੇ ਵਿੱਚ ਇਹ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸ਼ਟਪਦੀ ਆ, ਇੱਕ ਅਸ਼ਟਪਦੀ ਆ, ਇੱਕ ਅਸ਼ਟਪਦੀ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਇੱਕੋ ਹੀ ਅਸ਼ਟਪਦੀ ਉਚਾਰਨ ਕਰ ਰਹੇ ਨੇ। ਘਰ ਦੂਜਾ, ਦੂਜੇ ਘਰ ਸੁਰ ਤਾਲ ਦੇ ਵਿੱਚ ਮਹਾਰਾਜ ਇਹ ਅਸ਼ਟਪਦੀ ਉਚਾਰ ਰਹੇ ਨੇ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਤਿਗੁਰਾਂ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਜੀਵ ਅਤੇ ਈਸ਼ ਦੀ ਏਕਤਾ ਜਿਸ ਪ੍ਰਕਾਰ ਹੋਵੇ ਕਿਰਪਾ ਕਰੋ। ਤਾਂ ਮਹਾਰਾਜ ਜੀਵ ਈਸ਼ ਦੀ ਏਕਤਾ ਅਭੇਦਤਾ ਵਾਲਾ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਤਮ ਮਹਿ ਰਾਮ, ਜੀਵ ਆਤਮਾ ਦੇ ਵਿੱਚ ਰਾਮ ਪਰਮਾਤਮਾ ਵਸਦਾ ਹੈ। ਰਾਮ ਮਹਿ ਆਤਮ, ਅਤੇ ਪਰਮਾਤਮਾ ਵਿੱਚ ਜੀਵ ਆਤਮਾ ਵਸਦਾ ਹੈ। ਤੀਨਸ ਗੁਰ ਵਿਚਾਰਾ, ਇਹ ਸਿਧਾਂਤ ਗੁਰਾਂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਅਸਾਂ ਨੇ ਜਾਣਿਆ ਹੈ। ਅੰਮ੍ਰਿਤ ਬਾਣੀ, ਜਿਸ ਨੇ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਧੁਰ ਕੀ ਬਾਣੀ, ਗੁਰਾਂ ਦੀ ਬਾਣੀ ਸ਼ਬਦ ਪਛਾਣੀ, ਗੁਰਾਂ ਦੇ ਉਪਦੇਸ਼ ਦੁਆਰਾ ਪਹਿਚਾਨਣਾ ਕੀਤੀ ਹੈ। ਦੁੱਖ ਕਾਟੈ ਹਮਾਰਾ, ਉਸ ਦਾ ਆਪਣਾ ਜੰਮਣ ਮਨ ਰੂਪੀ ਦੁੱਖ ਕੱਟਿਆ ਜਾਂਦਾ, ਉਹ ਆਪ ਦਾ ਕੱਟ ਲੈਂਦਾ ਤੇ ਅੰਦਰੋਂ ਹੰਗਤਾ ਮਮਤਾ ਨੂੰ ਨਿਵਰਤ ਕਰ ਲੈਂਦਾ ਹੈ। ਹੰਗਤਾ ਮਮਤਾ ਨੂੰ ਮਾਰ ਕੇ ਉਹ ਆਪਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਲੈਂਦਾ, ਉਹਨੂੰ ਕੱਟ ਲੈਂਦਾ ਹੈ। ਨਾਨਕ ਹਉਮੈ ਰੋਗ ਬੁਰੇ, ਮਹਾਰਾਜ ਦੁੱਖ ਕਿਹਨੂੰ ਆਖਿਆ ਹੈ? ਸਤਿਗੁਰੂ ਜੀ ਕਹਿੰਦੇ ਨੇ ਕਿ ਹੰਗਤਾ ਮਮਤਾ ਦੇ ਰੋਗ ਬੜੇ ਬੁਰੇ ਨੇ। ਇਹ ਹੰਗਤਾ ਮਮਤਾ ਦੇ ਰੋਗ ਕਰਕੇ ਜੀਵ ਭੈੜੇ ਸੁਭਾਅ ਵਾਲੇ ਹੋ ਰਹੇ ਹਨ। ਜਹ ਦੇਖਾ ਤਹ ਏਕਾ ਬੇਦਨਾ, ਮੈਂ ਜਿੱਥੇ ਵੀ ਵੇਖਣਾ ਕਰਦਾ ਹਾਂ ਉੱਥੇ ਹਰੇਕ ਵਿੱਚ ਇੱਕ ਹਉਮੈ ਦੀ ਹੀ ਪੀੜਾ ਹੈ। ਆਪੇ ਬਖਸ਼ੈ ਸ਼ਬਦ ਤੁਰੇ, ਜਿਸ ਨੂੰ ਉਹ ਪ੍ਰਭੂ ਆਪ ਹੀ ਤੁਰੋਂ ਸ਼ਬਦ ਦੁਆਰਾ
ਨਾਮ ਦੀ ਦਾਤ ਬਖਸ਼ਦਾ ਹੈ, ਉਸ ਦੀ ਇਹ ਪੀੜਾ ਨਿਵਰਤ ਹੋਣੀ ਹੈ, ਨਿਵਰਤ ਹੋਈ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਆਪੇ ਪਰਖੇ ਪਰਖਣ ਹਾਰਾ। ਪਰਖ ਕਰਨ ਵਾਲੇ ਪਰਮਾਤਮਾ ਨੇ ਆਪ ਹੀ ਗੁਰੂ ਸਰੂਪ ਧਾਰ ਕੇ ਜਿਹੜੇ ਜਗਿਆਸੂ ਪਰਖਣਾ ਕੀਤੇ ਨੇ, ਭਾਵ ਹੰਗਤਾ ਤੋਂ ਰਹਿਤ ਵੇਖੇ ਨੇ। ਬਹੁਰ ਸੁਲਾਗ ਨਾ ਹੋਈ, ਉਹਨਾਂ ਨੂੰ ਮੁੜ ਕੇ ਕਿਸੇ ਪ੍ਰਕਾਰ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਹੈ। ਦਿਨ ਕਉ ਨਦਰ ਪਾਈ ਗੁਰ ਮੇਲੇ। ਸੁਲਾਗ ਦਾ ਮਤਲਬ ਕੀ ਹੈ? ਖੋਟਾ ਖਰਾ ਸੋਨਾ ਵੇਖਣ ਵਾਸਤੇ ਤਿੱਖੀ ਨੋਕ ਦੇ ਸੂਏ ਦੇ ਨਾਲ ਛੇਕ ਕਰਕੇ ਜਾਂਚ ਕੀਤੀ ਜਾਂਦੀ ਹੈ। ਇਉਂ ਭਾਵ ਦੁੱਖ ਜਾਂ ਪਰਖ ਤੋਂ ਲਿਆ ਜਾਂਦਾ। ਉਹਨਾਂ ਜਗਿਆਸੂਆਂ ਦੀ ਦੁਬਾਰਾ ਕੋਈ ਪਰਖ ਨਹੀਂ ਹੁੰਦੀ ਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੁੰਦਾ ਹੈ। ਜਿਨ ਕੋ ਨਦਰ ਭਈ ਗੁਰ ਮੇਲੇ, ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਉਹ ਗੁਰਾਂ ਨੇ ਪ੍ਰਭੂ ਨਾਲ ਮੇਲ ਦਿੱਤੇ ਹਨ। ਪ੍ਰਭ ਭਾਣਾ ਸੱਚ ਸੋਈ, ਜਿਨ੍ਹਾਂ ਨੂੰ ਪ੍ਰਭੂ ਭਾ ਗਿਆ ਹੈ ਜਾਂ ਜਿਹੜੇ ਪ੍ਰਭੂ ਨੂੰ ਭਾ ਗਏ ਨੇ, ਉਹ ਸੱਚ ਸਰੂਪ ਹੀ ਹੋ ਗਏ ਹਨ। ਪੌਣ ਪਾਣੀ ਬੈ ਸੰਤਰ ਰੋਗੀ, ਹਵਾ ਪਾਣੀ ਅਤੇ ਅੱਗ ਵੀ ਰੋਗ ਸਹਿਤ ਹਨ। ਇਸੇ ਪ੍ਰਕਾਰ ਪੌਣ ਪਾਣੀ ਬੈ ਸੰਤਰ ਰੋਗੀ, ਪੌਣ ਦੇਵਤਾ, ਪਾਣੀ ਦੇਵਤਾ ਤੇ ਅਗਨ ਦੇਵਤਾ ਵੀ ਹਉਮੈ ਦੇ ਰੋਗ ਸਹਿਤ ਹਨ। ਜਿਵੇਂ ਪ੍ਰਸੰਗ ਆਉਂਦਾ ਹੈ ਕਿ ਇਹਨਾਂ ਤਿੰਨਾਂ ਦੇਵਤਿਆਂ ਨੂੰ ਇੰਦਰ ਦੇ ਸਹਿਤ ਹੰਕਾਰ ਹੋ ਗਿਆ ਕਿ ਸਾਡੇ ਵਰਗਾ ਹੋਰ ਕੋਈ ਬਲੀ ਹੋਈ ਨਹੀਂ ਹੈ। ਤਦੋਂ ਇਹਨਾਂ ਦਾ ਹੰਕਾਰ ਤੋੜਨ ਲਈ ਭਗਵਾਨ ਨੇ ਦੇਵ ਸਰੂਪ ਧਾਰ ਕੇ ਇਹਨਾਂ ਦੇ ਹੰਕਾਰ ਦੀ ਨਿਵਰਤੀ ਕੀਤੀ। ਇਹ ਸਾਖੀ ਸੋ ਕਿਤੇ ਹੋਰ ਆਪਾਂ ਵਿਚਾਰਾਂਗੇ। ਮਹਾਰਾਜ ਨੇ ਵੀ ਲਿਖਿਆ, ਗਾਵਹਿ ਤੋਹਨੁ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਇਸੇ ਪ੍ਰਕਾਰ ਪੌਣ ਪਾਣੀ ਬੈ ਸੰਤਰ ਰੋਗੀ, ਪੌਣ ਦੀ ਤਰ੍ਹਾਂ ਰਜੋ ਗੁਣੀ, ਪਾਣੀ ਦੀ ਤਰ੍ਹਾਂ ਸਤੋ ਗੁਣੀ ਤੇ ਬੈਸੰਤਰ ਦੀ ਤਰ੍ਹਾਂ ਤਮੋ ਗੁਣੀ ਸਭ ਜੀਵ ਰੋਗੀ ਹਨ। ਰੋਗੀ ਧਰਤ ਸੁਭੋਗੀ, ਅਨੇਕਾਂ ਭੋਗਾਂ ਪਦਾਰਥਾਂ ਦੇ ਸਹਿਤ ਹੋਣ ਵਾਲੀ ਧਰਤੀ ਜੜਪੁਣਾ ਹੋਣ ਕਰਕੇ ਰੋਗੀ ਹੈ ਜਾਂ ਕਲਰਪੁਣਾ ਹੋਣ ਰੋਗੀ ਹੈ। ਮਾਤ ਪਿਤਾ ਮਾਇਆ ਦੇਹ ਸੇ ਰੋਗੀ, ਜੋ ਮਾਂ ਪਿਓ ਅਤੇ ਮਾਇਆ ਦੇ ਸਹਿਤ ਧਾਰਨ ਕੀਤੀਆਂ ਸਾਰੀਆਂ ਦੇਹਾਂ ਨੇ ਉਹ ਵੀ ਰੋਗੀ ਹਨ। ਜਾਂ ਇਸੇ ਪ੍ਰਕਾਰ ਮਾਤ ਪਿਤਾ ਮਾਇਆ ਦੇਹ ਸੇ ਰੋਗੀ, ਜੋ ਮਾਇਆ ਦੇਹ ਭਾਵ ਮਾਇਆ ਮੰਗਣ ਦੀ ਇੱਛਾ ਹੈ। ਕੋਈ ਮਾਇਆ ਦੇ, ਕਈਆਂ ਦਾ ਸੁਭਾਅ ਹੁੰਦਾ ਮੰਗੀ ਜਾਣਾ। ਇਹ ਵੀ ਇੱਕ ਰੋਗ ਹੀ ਹੈ ਬੰਦੇ ਨੂੰ ਲੱਗਾ ਹੋਇਆ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੰਤੋਖ ਤੋਂ ਬਿਨਾਂ ਕਿਸੇ ਨੂੰ ਵੀ ਰੱਜ ਨਹੀਂ ਆਉਂਦਾ ਹੈ। ਸੋ ਜਦ ਕਹਿ ਦਿੱਤਾ ਦੇ ਤੇ ਸਮਝ ਲਓ ਇਨਸਾਨ ਖਤਮ ਹੀ ਹੋ ਗਿਆ। ਫਰੀਦ ਸਾਹਿਬ ਦਾ ਇਹ ਬਚਨ, ਇਹ ਅਰਦਾਸ ਹੈ ਕਿ ਹੇ ਵਾਹਿਗੁਰੂ ਜੀ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇਹ। ਮੈਨੂੰ ਪਰਾਏ ਦੀਆਂ ਬਰੂਹਾਂ ਤੇ ਬੈਠਣਾ ਇਹ ਮੇਰੇ ਮਾਲਕਾ ਨਾ ਦੇ। ਤੇਰੇ ਗੁਰਦੁਆਰੇ ਹੀ ਅਸੀਂ ਬੈਠੇ ਸੋਭਾ ਪਾਉਂਦੇ ਹਾਂ। ਇੱਥੇ ਭਾਵੇਂ ਭੁੱਖੇ ਭਾਵੇਂ ਘੱਟ ਮਿਲੇ, ਜਿਸ ਤਰ੍ਹਾਂ ਮਰਜ਼ੀ ਹੈ, ਇੱਥੇ ਸਭ ਕੁਛ ਵਧੀਆ ਹੈ। ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ। ਪੋਖਰ ਪੋਖਰ ਢੂੜ ਤੇ ਭਲੋ ਨਾ ਕਹਿ ਹੈ ਕੋਈ। ਛੱਪੜਾਂ ਛੱਪੜਾਂ 'ਚ ਲੱਭਦਿਆਂ ਕੋਈ ਚੰਗਾ ਨਹੀਂ ਆਖੇਗਾ। ਸਮੁੰਦਰ ਨਹੀਂ ਛੱਡਣਾ ਚਾਹੀਦਾ, ਜਿੰਨਾ ਮਰਜ਼ੀ ਉਹ ਮਾੜਾ ਹੋਵੇ। ਭਾਵੇਂ ਸਮੁੰਦਰ 'ਚ ਇਸ਼ਨਾਨ ਕਰਨ ਵੜੀਏ ਤੇ ਪੈਰ ਜ਼ਖਮੀ ਹੋ ਜਾਂਦੇ ਨੇ, ਪੱਥਰ ਛੋਟੇ ਛੋਟੇ ਵੱਜ ਵੱਜ ਕੇ, ਭਾਵੇਂ ਉਹਦੇ 'ਚ ਰੇਤ ਵੀ ਹੈ,
ਭਾਵੇਂ ਮੱਛੀਆਂ ਵੀ ਤੁਰੀਆਂ ਫਿਰਦੀਆਂ, ਪਾਣੀ ਬੜਾ ਕੌੜਾ ਖਾਰਾ। ਤੋ ਇਸ ਤਰ੍ਹਾਂ ਇੱਥੇ ਕੁੜੱਤਣ ਵੀ ਹੈ, ਸੁਭਾਅ ਵੱਖੋ ਵੱਖਰੇ ਨੇ ਸਭਨਾਂ ਦੇ, ਜੋ ਮਰਜ਼ੀ ਹੈ, ਪਰ ਸਮੁੰਦਰ ਤਾਂ ਸਮੁੰਦਰ ਹੀ ਹੈ, ਛੱਪੜ ਹੀ ਹੈ। ਇਸ ਲਈ ਕਿਸੇ ਹੋਰ ਪਰਾਏ ਦੇਵੀ ਦੇਵਤੇ, ਪੀਰ ਫਕੀਰ ਜਾਂ ਕਿਸੇ ਹੋਰ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ। ਮੈਂ ਤਾਂ ਕਈ ਵਾਰ ਇਹ ਵੀ ਸੋਚਦਾ ਹੁੰਦਾ, ਮਨ ਕਾਹਲਾ ਪੈ ਜਾਂਦਾ। ਦਰਬਾਰ ਸਾਹਿਬ ਮੰਨ ਲਓ ਜਾਓ, ਉੱਥੇ 1.5 ਘੰਟਾ ਤਾਂ ਦਰਸ਼ਨੀ ਡਿਊੜੀ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਖੜੇ ਹੀ ਰਹਿਣਾ ਪੈਂਦਾ ਇੱਕ ਲੱਤ ਤੇ। ਕਈ ਵਾਰ ਮਨ ਕਾਹਲਾ ਪੈ ਜਾਂਦਾ ਵੀ ਇੱਥੇ ਕਿਉਂ ਖਲੋਤੇ ਆ। ਜੇ ਬੰਦਾ ਸੋਚੇ ਵੀ ਹੋਰਨਾਂ ਜਗ੍ਹਾ ਤੇ ਕੋਈ ਕੰਮ ਕਰਾਉਣਾ ਹੋਵੇ ਤੇ ਵੇਖੋ ਆ ਟਿਕਟ ਹੀ ਲੈਣੀ ਹੈ, ਗੱਡੀ ਫੜਨੀ ਹੈ, ਤੇ ਬੰਦਾ ਉੱਥੇ ਖੜਾ ਖੜੋਤਾ ਸੁੱਕ ਜਾਂਦਾ। ਜੇ 3 ਘੰਟਿਆਂ ਬਾਅਦ ਵਾਰੀ ਆਈ ਹੈ ਤੇ ਉਹ ਚਾਹ ਪੀਣ ਤੁਰ ਜਾਂਦੇ, ਫਿਰ ਕਦੀ ਰੋਟੀ ਦਾ ਟਾਈਮ ਹੋ ਜਾਂਦਾ। ਜੇ ਟਿਕਟਾਂ ਹੀ ਮੁੱਕ ਗਈਆਂ ਫਿਰ ਬੰਦਾ ਕੀ ਕਰੂਗਾ। ਉੱਥੇ ਖਲੋਤੇ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਵੀ ਇਹੋ ਜਿਹੀ ਲਾਈਨ 'ਚ ਨਾ ਲਾਈ, ਜਦੋਂ ਵਾਰੀ ਆਵੇ ਤੇ ਕਹੇ ਤੁਹਾਡੀ ਲਾਈਨ ਆ ਨਹੀਂ ਗਈ, ਤੁਹਾਡੀ ਤਾਂ ਦੂਜੀ ਸੀਗੀ। ਕਿਤੇ ਹੌਸਪੀਟਲ ਦੀ ਲਾਈਨ 'ਚ ਨਾ ਲੱਗਣਾ ਪਵੇ, ਇਸ ਤਰ੍ਹਾਂ ਕੋਈ ਪਰੇਸ਼ਾਨੀ ਵਾਲੀ ਗੱਲ ਨਾ ਪਏ। ਇੱਥੇ ਖਲੋਣਾ ਚੰਗਾ ਹੈ। ਇਸ ਵਾਸਤੇ ਇਸ ਜਗ੍ਹਾ ਤੇ ਕਈ ਚਿੰਤਾਵਾਂ, ਕਈ ਦੁੱਖ ਕਲੇਸ਼, ਕਈ ਬਦਬਲਾਵਾਂ ਨਾਸ਼ ਹੁੰਦੀਆਂ ਨੇ। ਹੋਰ ਕਿਤੇ ਤਰਲਾ ਮਾਰਨ ਦੀ ਬਜਾਏ ਤੁਸੀਂ ਇੱਥੇ ਤਰਲੇ ਮਾਰੋ। ਗੁਰੂ ਸਾਹਿਬ ਕਿਰਪਾ ਕਰਦੇ ਨੇ। ਮਨ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋਈ ਕਹਿ ਭਗਵਾਨ। ਸਰਕਾਰੀ ਕੰਮ ਕਰਾਉਣਾ ਹੋਵੇ ਫਿਰ ਇਹ ਮਾਰ ਕੇ ਜੁੱਤੀ ਘਸ ਜਾਂਦੀ ਆ, ਬੰਦਾ ਖਫੇ ਹੋ ਜਾਂਦਾ। ਕਈ ਵਾਰ ਤਾਂ ਕਹਿੰਦੀ ਅੱਗ ਲਾਓ ਪਰ ਫੈਲ ਨੂੰ। 1 ਸਕਿੰਟ ਦਾ ਕੰਮ ਹੈ, ਉਹ ਬੰਦੇ ਪਰੇਸ਼ਾਨੀ ਬਹੁਤ ਕਰਦੇ ਨੇ, ਕਿਉਂਕਿ ਪੈਸੇ ਰਿਸ਼ਵਤ ਉਸ ਤਰ੍ਹਾਂ ਮਿਲਦੀ ਨਹੀਂ ਜੇ ਸਿੱਧਾ ਡੀਲਿੰਗ ਕਰ ਲੈਣ। ਕਈ ਵਿੱਚ ਵਿਚੋਲੇ ਉਹਨਾਂ ਰੱਖੇ ਹੁੰਦੇ। ਉਹ ਇਹੋ ਜਿਹੀ ਜਗ੍ਹਾ ਪਰੇਸ਼ਾਨ ਹੋਣ ਨਾਲੋਂ ਇੱਥੋਂ ਦੀ ਪਰੇਸ਼ਾਨੀ ਮੈਂ ਤਾਂ ਕਹਿੰਦਾ ਵੀ ਵਧੀਆ ਹੈ। ਬਾਹਰ ਧੱਕੇ ਖਾਣ ਨਾਲੋਂ ਜੇ 2-4 ਵਾਰ ਸੰਗਤ ਦਾ ਧੱਕਾ ਵੀ ਲੱਗ ਗਿਆ ਭੁਲੇਖੇ ਨਾਲ ਤੇ ਇਹਦੇ 'ਚ ਕੋਈ ਹਰਜ ਨਹੀਂ, ਪਾਪ ਵੀ ਚੜੇ ਨੇ। ਤੋ ਇਸ ਲਈ ਮਹਾਰਾਜ ਕਥਨ ਕਰਦੇ ਹਨ। ਫਿਰ ਪੰਕਤੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ। ਜੋ ਮਾਂ ਪਿਓ ਤੇ ਮਾਇਆ ਦੇ ਸਹਿਤ ਧਾਰਨ ਕੀਤੀਆਂ ਸਾਰੀਆਂ ਦੇਹਾਂ ਨੇ, ਉਹ ਵੀ ਰੋਗੀ ਹੋਈ ਹਨ। ਫਰੀਦਾ ਬਾਰ ਪਰਾਇਆ ਬੈਸਨ, ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ। ਜੋ ਮਾਇਆ ਦੇ, ਮਾਇਆ ਮੰਗਣ ਦੀ ਇੱਛਾ ਹੈ, ਇਹ ਇੱਕ ਰੋਗ ਹੈ, ਇੱਕ ਬਿਮਾਰੀ ਹੈ। ਕਬੀਰ ਜੀ ਵੇਖੋ ਭੁੱਖੇ ਰਹਿ ਕੇ ਗੁਜ਼ਾਰਾ ਕਰ ਗਏ, ਪਰ ਉਹਨਾਂ ਮੰਗਣਾ ਪਸੰਦ ਨਹੀਂ ਕੀਤਾ। ਪੰਡਤ ਨੂੰ 100 ਲਾਹਨਤਾਂ ਪਾਈਆਂ ਵੀ ਤੂੰ ਮਾਰੀ ਜਾ, ਤੇ ਜੋਤ ਦਾ ਹੀ ਘਿਓ ਪੀ ਜਾਂਦੇ ਨੇ। ਇਉਂ ਕਿਸੇ ਦੀ 100 ਸੁਖਣਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਖਰੀਆਂ ਸੁਣਾਈਆਂ ਹਨ ਕਿ ਜਿਹੜਾ ਤਾਂ ਦਾਨ ਦੇਣ ਵਾਲਾ ਹੈ ਤੇ ਉਹ ਤਾਂ ਕਹਿੰਦੇ ਕਿ ਨਰਕਾਂ ਨੂੰ ਜਾਵੇਗਾ, ਤੇ ਲੈਂਦੇ ਸਵਰਗ। ਜਿਹੜਾ ਲੈਣ ਵਾਲਾ ਮਤਲਬ ਇਹ ਪੰਡਤ ਤੂੰ ਆਪਣੇ ਆਪ ਨੂੰ ਕਹਿੰਦਾ ਮੈਂ ਸਵਰਗਾਂ ਨੂੰ ਜਾਊਂਗਾ, ਜੇ ਤੂੰ ਅਗਲੇ ਨੂੰ ਮਾੜਾ ਕਹਿੰਦਾ ਹੈ ਫਿਰ ਤੂੰ ਉਹਦਾ ਦਾਨ ਵੀ ਨਾ ਲੈ। ਤੋ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਬਾਣੀ ਵਿੱਚ ਅਨੇਕਾਂ ਹੀ ਪੰਕਤੀਆਂ ਸ਼ਬਦ ਪਖੰਡ ਦੇ ਖੰਡਨ ਲਈ ਉਚਾਰੇ ਹਨ। ਸੋ ਜਿਹੜਾ ਕਿਸੇ ਨੂੰ ਕਹਿਣਾ ਕਿ ਮੈਨੂੰ ਦੇ, ਆਪਦੇ ਮਤਲਬ ਹੱਲ ਕਰਨ ਲਈ ਕਿਸੇ ਅੱਗੇ ਤਰਲਾ ਮਾਰਨਾ, ਇਹ ਵਿਵਰਜਿਤ ਹੈ ਧਰਮ ਦੇ ਅਕੋਰਡਿੰਗ। ਸੋ ਮਰਿਆਦਾ ਦੇ ਵਿੱਚ ਕਾਇਮ ਰਹਿਣ ਦੀ ਆਗਿਆ ਹੈ। ਰੋਗੀ ਕਟੰਬ ਸੰਜੋਗੀ। ਅਤੇ ਜਿੰਨੇ ਪਰਿਵਾਰ ਦੇ ਟੱਬਰ ਦੇ ਮਿਲਾਪੀ ਨੇ ਉਹ ਵੀ ਸਾਰੇ ਰੋਗੀ ਹੋਈ ਹਨ। ਰੋਗੀ ਬ੍ਰਹਮਾ ਵਿਸ਼ਨੂੰ ਸੁਰਦਰਾ। ਬ੍ਰਹਮਾ
ਵਿਸ਼ਨੂੰ ਸਹਿਤ ਸ਼ਿਵ ਜੀ ਦੇ ਰੋਗੀ ਨੇ। ਭਾਵ ਇਹਨਾਂ ਵੱਡੇ ਦੇਵਤਿਆਂ ਨੂੰ ਵੀ ਕਾਮ ਆਦਿਕ ਵਿਕਾਰਾਂ ਦੇ ਰੋਗ ਲੱਗੇ ਨੇ। ਭਾਵ ਬ੍ਰਹਮਾ ਆਪਣੀ ਪੁੱਤਰੀ ਦੇ ਸਰੂਪ ਉੱਪਰ ਹੀ ਮੋਹਿਤ ਹੋ ਗਿਆ ਸੀ। ਵਿਸ਼ਨੂੰ ਭਗਵਾਨ ਨੇ ਜਲੰਧਰ ਨੈਣ ਦੀ ਘਰਵਾਲੀ ਦਾ ਸੱਤ ਤੋੜ ਦਿੱਤਾ ਸੀ ਤੇ ਸ਼ਿਵ ਜੀ ਨੇ ਮੋਹਣੀ ਅਵਤਾਰ ਦੇ ਪਿੱਛੇ ਲੱਗ ਕੇ ਆਪਣਾ ਜਸਦ ਗਵਾ ਲਿਆ ਸੀ। ਇਸ ਪ੍ਰਕਾਰ ਸਾਰਾ ਮਹਾਰਾਜ ਕਹਿੰਦੇ ਨੇ ਰੋਗੀ ਸਗਲ ਸੰਸਾਰਾ। ਸਾਰਾ ਟੱਬਰ ਸਾਰਾ ਜਗਤ ਹੀ ਇਹਨਾਂ ਵਿਕਾਰਾਂ ਹਉਮੈ ਆਦਿਕ ਦਾ ਰੋਗੀ ਹੈ। ਪਰਿਵਾਰ ਦੇ ਮੈਂਬਰ ਵੀ ਲੋਭੀ ਨੇ, ਲਾਲਚੀ ਨੇ, ਹੰਕਾਰੀ ਨੇ ਤੇ ਵਿਕਾਰੀ ਹਨ। ਤੋ ਇਸ ਲਈ ਇਹਨਾਂ ਤੋਂ ਵੀ ਬਚਣਾ, ਆਪਦਾ ਬਚਾਓ ਕਰਨਾ ਬੜਾ ਕਠਿਨ ਹੈ। ਸੋ ਸਕੇ ਭਰਾ ਨੂੰ ਭਰਾ ਠੱਗਦਾ, ਸਗੀ ਭੈਣ ਨੇ ਨਾਲ ਠੱਗੀ ਮਾਰਦਾ, ਭੈਣ ਭਰਾਵਾਂ ਨੂੰ ਠੱਗਣਾ ਚਾਹੁੰਦੀ ਹੈ। ਇਸ ਤਰੀਕੇ ਦੇ ਨਾਲ ਮਾਂ ਪਿਓ ਚਾਹੁੰਦੇ ਨੇ ਵੀ ਧੀਆਂ ਪੁੱਤਰਾਂ ਦਾ ਸਭ ਕੁਝ ਅਸੀਂ ਸਾਂਭੀ ਰੱਖੀਏ। ਜਿਸ ਤਰ੍ਹਾਂ ਪਤਾ ਨਹੀਂ ਇੱਕ ਤੇ ਚੁੱਕ ਕੇ ਲਿਜਾਣਾ ਹੁੰਦਾ ਤੇ ਧੀਆਂ ਪੁੱਤ ਕਹਿੰਦੇ ਨੇ ਵੀ ਇਹਨਾਂ ਦੇ ਹੱਥ ਕੁਛ ਨਾ ਆਵੇ। ਸੋ ਨਹੁੰ ਸੱਸ ਤੋਂ ਲੁਕਾਉਂਦੀ ਹੈ, ਸੱਸ ਨੂੰਹ ਤੋਂ ਓਲਾ ਰੱਖਦੀ ਹੈ। ਟੱਬਰ ਇੱਕੋ ਹੀ ਹੈ। ਬੈਂਡ ਬਾਜੀਆਂ ਨਾਲ ਨੱਚ ਕੇ ਗਾ ਕੇ 50-50 ਲੱਖ ਰੁਪਈਆ ਰੋੜ ਕੇ ਫਿਰ ਘਰ ਲਿਆਂਦੀਆਂ ਤੇ ਉਹਨਾਂ ਨਾਲ ਦੁਬਦਾ ਪਾਈ ਹੋਈ ਹੈ, ਝਗੜਾ ਪਾਇਆ। ਬੰਦਾ ਪੁੱਛੇ ਜੇ ਪਹਿਲਾਂ ਝਗੜਨਾ ਸੀ, ਜੇ ਬਾਅਦ ਵਿੱਚ ਝਗੜਨਾ ਸੀ ਤੇ ਪਹਿਲਾਂ ਹੀ ਸੋਚਦੇ, ਲਿਆਉਂਦੇ ਹੀ ਨਾ। ਤੋ ਇਸ ਲਈ ਮਹਾਰਾਜ ਕਹਿੰਦੇ ਵੀ ਸਾਰੇ ਹੀ ਰੋਗੀ ਹਨ। ਲੜਾਈਆਂ ਝਗੜੇ ਰੋਗਾਂ ਦਾ ਹੀ ਕਾਰਨ ਹਨ। ਇਹ ਹਉਮੈ ਦਾ ਰੋਗ ਹੈ। ਹਰ ਪਦ ਚੀਨ ਪਾਏ ਸੇ ਮੁਕਤੇ। ਜਿਨ੍ਹਾਂ ਨੇ ਪਰਮਾਤਮਾ ਦੀ ਪਦਵੀ ਨੂੰ ਪਹਿਚਾਣਿਆ, ਭਾਵ ਆਪਣੇ ਸਰੂਪ ਨੂੰ ਪਹਿਚਾਣ ਲਿਆ, ਉਹ ਕਲਿਆਣ ਨੂੰ ਪ੍ਰਾਪਤ ਹੋਏ ਹਨ। ਗੁਰ ਕਾ ਸ਼ਬਦ ਵਿਚਾਰਾ। ਕਿਉਂਕਿ ਉਹਨਾਂ ਨੇ ਗੁਰੂ ਦਾ ਉਪਦੇਸ਼ ਵਿਚਾਰਨਾ ਕੀਤਾ ਹੈ। ਰੋਗੀ ਸਾਤ ਸਮੁੰਦ ਨਦੀਆਂ। ਸਹਿਤ ਨਦੀਆਂ ਦੇ ਸੱਤੇ ਸਮੁੰਦਰ ਦੇ ਅਧਿਆਖ ਦੇ ਉੱਤੇ ਵੀ ਹੰਕਾਰ ਰੂਪੀ ਰੋਗ ਦੇ ਗ੍ਰਸੇ ਹੋਏ ਹਨ। ਖੰਡ ਪਤਾਲ ਸੇ ਰੋਗ ਪਰੇ। ਜੋ 9 ਖੰਡ ਤੇ 7 ਪਤਾਲ ਨੇ ਸੇ ਉਹ ਵੀ ਹਉਮੈ ਦੇ ਰੋਗ ਨਾਲ ਭਰੇ ਪਏ ਨੇ। ਜਾਂ ਖੰਡ ਪਤਾਲ ਤੇ 3 ਲੋਕ ਵੀ ਹੰਕਾਰ ਰੂਪ ਰੋਗ ਨਾਲ ਭਰੇ ਹੋਏ ਹਨ। ਹਰ ਕੇ ਲੋਕ ਸੇ ਸੱਚ ਸੁਹੇਲੇ। ਜੋ ਹਰੀ ਪ੍ਰਮਾਤਮਾ ਦੇ ਲੋਕ ਜਨ ਭਾਵ ਸੰਤ ਮਹਾਤਮਾ ਨੇ, ਉਹ ਸੱਚੇ ਨਾਮ ਦੇ ਸਿਮਰਨ ਦੁਆਰਾ ਸੁਖੀ ਹੋਏ ਹਨ। ਸਰਬੀ ਥਾਈ ਨਦਰ ਕਰੇ। ਉਹਨਾਂ ਉੱਪਰ ਸਾਰੀਆਂ ਥਾਵਾਂ ਵਿੱਚ ਹੀ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਰੋਗੀ ਖੰਡ ਦਰਸ਼ਨ ਭੇਖ ਤਾਰੀ। 6 ਭੇਖਾਂ ਵਾਲੇ ਭੇਖਾਂ ਨੂੰ ਤਾਰਨ ਦੇ ਹੰਕਾਰ ਰੂਪ ਰੋਗ ਦੇ ਗ੍ਰਸੇ ਹੋਏ ਹਨ। ਸਾਨੂੰ ਚੋਲੇ ਦਾ ਹੀ ਹੰਕਾਰ, ਆਪਾਂ ਵੀ ਨਾ ਭੇਖ ਧਾਰੀ ਹੋਈਆਂ, ਦੂਜਿਆਂ ਨੂੰ ਕਹੀ ਜਾਂਦੇ ਆ। ਸੋ ਬਾਬਿਆਂ ਨੂੰ ਆਪਦੇ ਬਾਬੇ ਬਣੇ ਦਾ ਹੀ ਹੰਕਾਰ ਹੈ ਵੀ ਅਸੀਂ ਵੱਡੇ ਹਾਂ, ਬਾਕੀ ਤਾਂ ਬਸ ਐਵੇਂ ਹੀ ਤੁਰੇ ਫਿਰਦੇ ਨੇ। ਗੋਡੀ ਹੱਥ ਲਵਾਉਣਾ, ਮੱਥੇ ਟਿਕਾਉਣੇ। ਬੰਦਾ ਪੁੱਛੇ ਵੀ ਤੂੰ ਮਿੱਟੀ ਦੀ ਬੋਰੀ ਹੈ, ਮਿੱਟੀ ਦੀ ਬੋਰੀ ਨੂੰ ਮੱਥਾ ਬੜਾ ਟੇਕਣ ਦਾ ਮਤਲਬ ਕੀ ਹੋਇਆ? ਤੂੰ ਕਹਿ ਵੀ ਮਹਾਰਾਜ ਨੂੰ ਨਮਸਕਾਰ ਕਰੋ। ਆਪਦੀ ਸੇਵਾ ਕਰਾਉਣ ਦਾ ਭਾਵ ਕੀ ਹੋਇਆ? ਗੁਰੂ ਜੀ ਦੀ ਸੰਗਤ ਦੀ ਸੇਵਾ ਹੋਣੀ ਚਾਹੀਦੀ ਹੈ। ਇਹ ਮਿੱਟੀ ਦਾ ਮਾਧੋ ਆਪਦੇ ਹੀ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਹੈ। ਸੋ ਜਿਹੜੇ ਗ੍ਰਸਤੀ ਨੇ ਉਹਨਾਂ ਤੋਂ ਬਾਬੇ ਆਪਦੇ ਆਪ ਨੂੰ ਵੱਡੇ ਸਮਝਦੇ ਵੀ ਆਪਾਂ ਦੇ ਬਾਣਾ ਪਾਇਆ ਜੀ, ਤੋ ਕਿਸੇ ਨੂੰ ਅੱਖਾਂ ਹੇਠ ਨਹੀਂ ਲਿਆਉਂਦੇ। ਇਉਂ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਭੇਖਧਾਰੀ ਨੇ ਉਹਨੂੰ ਭੇਖਾਂ ਦਾ ਆਪਦੇ ਹੰਕਾਰ ਦਾ ਰੋਗ ਲੱਗਾ ਹੋਇਆ ਹੈ। ਨਾਨਾ ਠੀ ਅਨੇਕਾਂ। ਅਨੇਕ ਤਰ੍ਹਾਂ ਦੇ ਹੱਠ ਜ਼ਿੱਦ ਕਰਨ ਵਾਲੇ ਅਨੇਕਾਂ ਹੱਠ ਕਰਕੇ ਹੰਕਾਰ ਦੇ ਰੋਗੀ ਹੋਏ ਹਨ। ਭੇਦ ਗਤੇ ਕਰਹਿ ਕਹਿ ਬਪਰੇ। ਉਹ ਵਿਚਾਰੇ ਚਾਰੇ ਵੇਦਾਂ ਦੇ ਚਾਰੇ ਕਰੀਬਾਂ ਨੂੰ ਪੜ੍ਹ ਕੇ ਕੀ ਕਰ ਸਕਦੇ ਹਨ? ਨਹਿ ਬੂਝਾ ਇਕ ਏਕਾ।
ਬਾਅਦ ਇੱਕ ਅਦੁੱਤੀ ਬ੍ਰਹਮ ਦੇ ਵਿੱਚ ਇੱਕ ਤਾਂ ਪੌਣੀਆਂ ਹੀ ਨਹੀਂ ਬੁੱਝਦੇ, ਜਾਂ ਇੱਕੋ ਹੀ ਨਿਰਗੁਣ ਸਰੂਪ ਹੈ ਤੇ ਇੱਕੋ ਹੀ ਸਰਗੁਣ ਸਰੂਪ ਹੈ, ਇਸ ਭੇਦ ਨੂੰ ਨਹੀਂ ਬੁੱਝਦੇ। ਮਿੱਠ ਰਸ ਖਾਏ ਸੋ ਰੋਗ ਭਰੀ ਜਾਏ। ਜੋ ਮਿੱਠੇ ਭੋਜਨ ਮਿੱਠੇ ਪਦਾਰਥ ਖਾਣੇ ਨੇ ਉਸ ਕਰਕੇ ਵੀ ਰੋਗਾਂ ਦੇ ਨਾਲ ਭਰ ਜਾਈਦਾ ਹੈ। ਕਿਸੇ ਵੀ ਕੰਮ ਦੀ ਲਿਮਟ ਹੁੰਦੀ ਹੈ, ਕਿਸੇ ਵੀ ਚੀਜ਼ ਦੀ ਲਿਮਟ ਹੁੰਦੀ, ਦਵਾਈ 'ਤੇ ਵੀ ਲਿਖਿਆ ਹੁੰਦਾ ਇੰਨੀ ਮਾਤਰਾ ਲੈਣੀ ਹੈ। ਸੋ ਹਰੇਕ ਇਨਸਾਨ ਦੀ ਆਪੋ ਆਪਣੀ ਖੁਰਾਕ ਹੈ। ਜੇ ਆਪਾਂ ਭੁੱਖ ਤੋਂ ਵੱਧ, ਲੋੜ ਤੋਂ ਵੱਧ ਬਹੁਤਾ ਹੀ ਮਿੱਠਾ ਖਾਈ ਜਾਵਾਂਗੇ, ਮਿੱਠੇ ਦੀ ਜ਼ਰੂਰਤ ਵੀ ਹੈ। ਕਿਸੇ ਦੀ ਮੰਨ ਲਓ ਸ਼ੂਗਰ ਘਟ ਗਈ ਹੈ ਤੇ ਬੰਦਾ ਚੜ੍ਹਾਈ ਕਰ ਸਕਦਾ ਹੈ। ਪਟਨਾ ਸਾਹਿਬ ਇੱਕ ਗੁਰਮੁਖ ਪਿਆਰੇ ਅਰਦਾਸ ਕਰਦੇ ਕਰਦੇ ਪੰਜੇ ਡਿੱਗ ਪਏ, ਲਾਈਵ ਤੇ ਚੱਲ ਰਿਹਾ ਸੀ, ਲੋਕਾਂ 'ਚ ਹਵਾੜਾ ਉੱਡਿਆ ਵੀ ਚੜ੍ਹਾਈ ਕਰ ਗਿਆ। ਫਿਰ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਨਹੀਂ ਕੁਛ ਵੀ ਹੁੰਦਾ, ਸ਼ੂਗਰ ਘਟ ਗਈ ਤੇ ਚੱਕਰ ਆ ਗਿਆ ਤੇ ਡਿੱਗ ਪਏ। ਕੜਾਹ ਪ੍ਰਸ਼ਾਦ ਖਵਾਤਾ ਉਹਨਾਂ ਨੂੰ, ਪਤਾਸਾ ਖਵਾਤਾ, ਫਿਰ ਉੱਠ ਕੇ ਖੜੇ ਹੋ ਗਏ। ਐਨਰਜੀ ਵੀ ਹੈ, ਤਾਕਤ ਵੀ ਹੈ, ਜ਼ਿੰਦਗੀ ਵੀ ਇਹਨਾਂ ਚੀਜ਼ਾਂ 'ਚ। ਲੂਣ ਹੈ, ਜੇ ਨਾ ਖਾਵਾਂਗੇ ਤੇ ਬੰਦਾ ਸੱਪ ਨੂੰ ਦੰਦੀ ਵੱਢਦੇ ਉਹ ਮਰ ਜਾਊਗਾ, ਇੰਨੀ ਜ਼ਹਿਰ ਫੈਲ ਜਾਂਦੀ ਹੈ ਇਨਸਾਨ ਦੇ ਵਿੱਚ। ਲੂਣ ਦੇ ਨਾਲ ਮੇਨਟੇਨ ਰਹਿੰਦਾ ਸਭ ਕੁਛ। ਤੋ ਜੇ ਵੱਧ ਖਾਵਾਂਗੇ ਤੇ ਬਲੱਡ ਪ੍ਰੈਸ਼ਰ ਹਾਈ ਹੈ। ਤੋ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਰੱਬ ਨੇ ਬਣਾਈਆਂ ਤਾਈਓ ਨੇ। ਤੇ ਪਰ ਜੇ ਲਿਮਟ ਤੋਂ ਵੱਧ ਕੁਛ ਵੀ ਮਾੜਾ, ਭਾਵੇਂ ਮਿੱਠਾ ਤੇ ਭਾਵੇਂ ਲੂਣ। ਸੋ ਗੱਲ ਤਾਂ ਇੱਥੇ ਰਸਾਂ ਦੀ ਚੱਲ ਰਹੀ ਹੈ। ਜ਼ਬਾਨ ਦੇ ਸਵਾਦ ਹਿੱਤ ਲਾਲਚ ਖਾਤਰ ਜਿਹੜਾ ਬੰਦਾ ਮਿੱਠੇ ਹੀ ਪਦਾਰਥ ਖਾਈ ਜਾਂਦਾ ਦਿਨੇ ਅਤੇ ਰਾਤ, ਉਸ ਕਰਕੇ ਵੀ ਰੋਗਾਂ ਦੇ ਨਾਲ ਭਰ ਜਾਈਦਾ ਹੈ। ਸ਼ੂਗਰ ਇਨਸਾਨ 'ਚ ਹੋਣੀ ਚਾਹੀਦੀ ਹੈ ਤੇ ਪਰ ਉਹ ਲਿਮਟ ਤੋਂ ਵੱਧ ਜਾਂਦੀ ਹੈ, ਉਹ ਫਿਰ ਰੋਗ ਦਾ ਕਾਰਨ ਬਣਦੀ ਹੈ। ਕੰਦ ਮੂਲ ਸੁਖ ਨਾਹੀ। ਅਤੇ ਕਈ ਕਹਿੰਦੇ ਆਪਾਂ ਰੋਟੀ ਨੂੰ ਨਹੀਂ ਖਾਂਦੇ, ਫਲ ਫੁੱਲ ਖਾਣ ਨਾਲ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ। ਨਾਮ ਵਿਸਾਰ ਚਲਹਿ ਅਨਮਾਰਗ। ਜੋ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਹੋਰ ਦਵੈਤ ਦੇਵੀ ਦੇਵਤਿਆਂ ਦੇ ਰਸਤੇ ਉੱਪਰ ਚੱਲਦੇ ਨੇ, ਅੰਤ ਕਾਲ ਪਛਤਾਹੀ। ਉਹ ਅਖੀਰ ਦੇ ਸਮੇਂ ਵਿੱਚ ਪਛਤਾਤਾਪ ਹੀ ਕਰਦੇ ਰਹਿੰਦੇ ਹਨ। ਤੀਰਥ ਪਰਮ ਰੋਗ ਨ ਛੂਟਸ। ਅਨੇਕਾਂ ਤੀਰਥਾਂ ਪਰ ਭਰਮਣ ਨਾਲ ਇਹ ਹਉਮੈ ਆਦਿਕ ਦਾ ਰੋਗ ਛੁੱਟਦਾ ਨਹੀਂ ਹੈ। ਪੜਿਆ ਬਾਦ ਵਿਵਾਦ ਪਿਆ। ਅਨੇਕ ਤਰ੍ਹਾਂ ਦੀ ਪੜ੍ਹਾਈ ਨੂੰ ਪੜ੍ਹਨ ਨਾਲ ਵੀ ਵਿਅਰਥ ਝਗੜਾ ਹੀ ਹੋਣਾ ਹੁੰਦਾ ਹੈ। ਜੇਤਾ ਪੜ੍ਹਿਆ ਤੇਤਾ ਕੜਿਆ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਪੜ੍ਹਾਈ ਵਾਲੇ ਸਿਰ ਅਡਾਉਂਦੇ ਨੇ, ਝਗੜਿਆਂ ਵਿੱਚ ਪੈਂਦੇ ਨੇ, ਆਪਣੇ ਮਤ ਦਾ ਮੰਡਣ ਤੇ ਪਰਾਏ ਮਤ ਦਾ ਖੰਡਨ ਦੇ ਨਾਮ ਨੂੰ ਝਗੜਾ ਕਹਿੰਦੇ ਨੇ। ਭਾਵ ਅਨੇਕਾਂ ਤਰ੍ਹਾਂ ਦੀ ਪੜ੍ਹਾਈ ਨੂੰ ਪੜ੍ਹਨ ਨਾਲ ਵੀ ਰੋਗ ਨਹੀਂ ਮਿਟਦਾ। ਵਕੀਲਾਂ ਦਾ ਇਹੀ ਕੰਮ ਹੈ, ਸੱਚੇ ਬੰਦੇ ਨਾਲ ਸਿਰ ਅਡਾਈ ਜਾਣਗੇ ਝੂਠੇ ਕੋ ਪੈਸੇ ਲੈ ਕੇ, ਔਰ ਸਿੱਧ ਕਰਨ ਦੇਣਗੇ ਕਿ ਸੱਚਾ ਨਹੀਂ ਝੂਠਾ ਹੈ, ਪੈਸੇ ਜੋ ਲਏ ਨੇ। ਇਹੋ ਜਿਹੀ ਪੜ੍ਹਾਈ ਅੱਜ ਕੱਲ੍ਹ ਚੱਲਦੀ ਹੈ। ਤੋ ਇਸ ਤਰ੍ਹਾਂ ਜੋ ਵਿਦਵਾਨ ਲੋਕ ਨੇ ਉਹ ਆਪਦੇ ਹੀ ਮਤ ਨੂੰ, ਆਪਦੇ ਹੀ ਧਰਮ ਨੂੰ ਨਿੰਦੀ ਜਾਂਦੇ ਨੇ। ਇਸ ਤਰ੍ਹਾਂ ਦੀ ਪੜ੍ਹਾਈ ਨੂੰ ਕੀ ਕਰਨਾ ਜਿਹਦੇ ਵਿੱਚ ਝਗੜਾ ਉਤਪੰਨ ਹੋਵੇ। ਦੁਬਤਾ ਰੋਗਾਂ ਸੋ ਅਦਕ ਵਡੇਰਾ। ਜੋ ਦਵੈਤ ਭ੍ਰਾਂਤੀ ਵਾਲਾ ਰੋਗ ਹੈ ਉਹ ਤਾਂ ਬਹੁਤ ਹੀ ਵੱਡਾ ਹੈ। ਮਾਇਆ ਕਾ ਮੁਹਤਾਜ ਪਿਆ। ਅਤੇ ਜੀਵ ਇਸ ਰੋਗ ਦੇ ਅਧੀਨ ਹੋਇਆ ਮਾਇਆ ਦਾ ਮੁਹਤਾਜ, ਭਾਵ ਅਧੀਨ ਹੋ ਰਿਹਾ ਹੈ। ਗੁਰਮੁਖ ਸਾਚਾ ਸ਼ਬਦ ਸਲਾਹ। ਜੋ ਗੁਰਮੁਖ ਜਨ ਗੁਰਾਂ ਦੁਆਰਾ ਸੱਚਾ ਉਪਦੇਸ਼ ਸਲਾਹੁਣਾ ਕਰਦਾ ਹੈ, ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਪ੍ਰਮਾਤਮਾ ਨੂੰ ਸਲਾਹੁਣਾ ਕਰਦਾ ਹੈ। ਮਨ ਸਾਚਾ ਤਿਸ ਰੋਗ ਗਿਆ। ਇਸ ਦੇ
ਹਿਰਦੇ ਵਿੱਚ ਸੱਚਾ ਪ੍ਰਭੂ ਵਸ ਗਿਆ ਹੈ ਅਤੇ ਉਸ ਦੇ ਅੰਦਰੋਂ ਇਹ ਦੁਬਿਧਾ ਹਉਮੈ ਆਦਿਕ ਦਾ ਰੋਗ ਚਲਿਆ ਗਿਆ ਹੈ। ਬਾਕੀ ਜੋ ਜੋ ਦੀਸੈ ਸੋ ਸੋ ਰੋਗੀ। ਵੇਖਣ ਨੂੰ ਬੰਦਾ ਚੰਗਾ ਭਲਾ ਜਾਪਦਾ, ਪਰ ਅੰਦਰੋਂ ਖਾਧਾ ਹੋਇਆ ਹੈ ਰੋਗਾਂ ਦੇ ਨਾਲ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਰੋਗਾਂ ਤੋਂ ਰਹਿਤ ਮੇਰਾ ਜੋਗੀ ਸਤਿਗੁਰੂ ਹੀ ਹੈ। ਨਾਨਕ ਦੁਖੀਆ ਸਭ ਸੰਸਾਰ। ਨਾਨਕ ਹਰ ਜਨ ਅਨ ਦਿਨ ਨਿਰਮਲ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਹਰੀ ਪ੍ਰਮਾਤਮਾ ਦੇ ਦਾਸ ਰਾਤ ਦਿਨ ਸਦਾ ਹੀ ਉਜਲ ਜੀਵਨ ਵਾਲੇ ਹਨ। ਜਿਨ ਕਉ ਕਰਮ ਨਿਸ਼ਾਨ ਪਿਆ। ਜਿਨ੍ਹਾਂ ਨੂੰ ਧੁਰੋਂ ਹੀ ਪਰਮਾਤਮਾ ਦੀ ਬਖਸ਼ਿਸ਼ ਦਾ ਲੇਖ ਪਿਆ ਹੋਇਆ ਹੈ। ਭੈਰਵ ਮਹੱਲਾ ਤੀਜਾ। ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਭੈਰੋਂ ਰਾਗ ਦੇ ਵਿੱਚ ਇਹ ਪਾਵਨ ਉਪਦੇਸ਼ ਉਚਾਰਨ ਕਰ ਰਹੇ ਹਨ। ਪਹਿਲੇ ਪਾਤਸ਼ਾਹ ਦੀ ਇੱਕੋ ਹੀ ਅਸ਼ਟਪਦੀ ਆਈ ਹੈ, ਹੁਣ ਤੀਜੇ ਪਾਤਸ਼ਾਹ ਜੀ ਦੀਆਂ ਆ ਰਹੀਆਂ ਨੇ। ਘਰ ਦੂਜਾ। ਦੂਜੇ ਸੁਰਤਾਲ ਦੇ ਵਿੱਚ ਸਾਹਿਬ ਉਚਾਰ ਰਹੇ ਨੇ ਇੱਕ ਓੰਕਾਰ। ਕਿਉਂਕਿ ਪ੍ਰਕਰਨ ਜੋ ਚੇਂਜ ਹੋਇਆ, ਮੰਗਲ ਗੁਰੂ ਸਾਹਿਬ ਜੀ ਜ਼ਰੂਰੀ ਕਰਦੇ ਨੇ। ਇੱਕ ਅਦੁੱਤੀ ਬ੍ਰਹਮ ਹੈ, ਉਹ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਤਿਨ ਕਰ ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤਿਨ ਕਰ ਤਾਂ ਇੱਕ ਚਲਤੇ ਉਪਾਇਆ। ਇਸ ਕਰਤਾ ਪੁਰਖ ਨੇ ਇੱਕ ਸੰਸਾਰ ਰੂਪ ਕੌਤਕ ਪੈਦਾ ਕੀਤਾ ਹੈ। ਅਨਹਦ ਬਾਣੀ ਸ਼ਬਦ ਸੁਨਾਇਆ। ਉਸ ਪ੍ਰਭੂ ਨੇ ਆਪਣੀ ਹੱਦ ਤੋਂ ਰਹਿਤ ਅਕਾਲ ਗੋ ਬਾਣੀ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਜੀਵਾਂ ਤਾਈਂ ਸਰਵਣ ਕਰਾਉਣਾ ਕੀਤਾ ਹੈ। ਮਨ ਮੁਖ ਭੂਲੇ ਗੁਰਮੁਖ ਬਜਾਇਆ। ਮਨ ਦੇ ਪਿੱਛੇ ਚੱਲਣ ਵਾਲੇ ਮਨੁੱਖ ਪਰਮਾਤਮਾ ਵੱਲੋਂ ਭੁੱਲੇ ਹੋਏ ਹਨ ਅਤੇ ਗੁਰਮੁਖਾਂ ਨੇ ਜੋ ਗੁਰਮੁਖਾਂ ਨੂੰ ਪ੍ਰਭੂ ਨੇ ਆਪ ਆਪਣਾ ਸਰੂਪ ਸਮਝਾਉਣਾ ਕੀਤਾ ਹੈ। ਸੋ ਕਰਤਾ ਪੁਰਖ ਕਾਰਨ ਕਰਤਾ ਕਰਤਾ ਆਇਆ। ਜੋ ਕਰਤਾ ਪੁਰਖ ਉਹ ਆਪ ਹੀ ਸਾਰੇ ਕਾਰਨ ਸਬੱਬ ਕਰਦਾ ਆਇਆ ਹੈ। ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ। ਜੋ ਗੁਰੂ ਦਾ ਉਪਦੇਸ਼ ਹੈ ਉਸ ਦੁਆਰਾ ਮੇਰੇ ਹਿਰਦੇ ਵਿੱਚ ਗੋਬਿੰਦ ਦਾ ਧਿਆਨ ਲੱਗਾ ਹੋਇਆ ਹੈ। ਅਤੇ ਹਉ ਕਬਹੁ ਨ ਛੋਟਾਉ ਹਰ ਕਾ ਨਾਮ। ਮੈਂ ਤਾਂ ਕਦੇ ਵੀ ਪਰਮਾਤਮਾ ਦਾ ਨਾਮ ਜਪਣਾ ਛੱਡ ਨਹੀਂ ਸਕਦਾ। ਰਹਾਉ। ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦਾ ਅਰਥ ਭਗਤ ਪ੍ਰਹਿਲਾਦ ਜੀ ਵੱਲ ਵੀ ਲੱਗਦਾ ਹੈ ਕਿ ਜਦੋਂ ਹਰਨਾਖਸ਼ ਨੇ ਆਪਣੇ ਪੁੱਤਰ ਭਗਤ ਪ੍ਰਹਿਲਾਦ ਨੂੰ ਸੰਡੇ ਤੇ ਮਰ ਕੇ, ਜੋ ਸ਼ੁਕਰਾਚਾਰੀਏ ਦੇ ਮੁੰਡੇ ਸੀਗੇ, ਦੈਂਤਾਂ ਦਾ ਗੁਰੂ ਸੀ ਸ਼ੁਕਰਾਚਾਰੀਏ, ਉਹ ਸ਼ੁਕਰ ਦੇ ਮੁੰਡੇ ਸੀ ਸੰਡਾ ਤੇ ਮਰਕਾ ਪ੍ਰਹਿਲਾਦ ਦੇ ਟੀਚਰ ਸੀਗੇ। ਇਹਨਾਂ ਦੇ ਕੋਲ ਪੜ੍ਹਨ ਲਈ ਭੇਜਿਆ ਤਾਂ ਉਹਨਾਂ ਨੇ ਦੈਂਤਾਂ ਵਾਲੀ ਰਾਜਨੀਤੀ ਦੀ ਵਿਦਿਆ ਪੜ੍ਹਾਉਣੀ ਚਾਹੀ, ਪਰ ਭਗਤ ਪ੍ਰਹਿਲਾਦ ਜੀ ਭਗਵਾਨ ਦਾ ਨਾਮ ਹੀ ਜਪਦੇ ਰਹਿੰਦੇ ਸੀ। ਉਹਨਾਂ ਨੇ ਕਿਹਾ ਕਿ ਤੂੰ ਇਹ ਰਾਮ ਨਾਮ ਛੱਡ ਦੇ। ਤਦੋਂ ਜੋ ਭਗਤ ਪ੍ਰਹਿਲਾਦ ਜੀ ਨੇ ਕਿਹਾ ਉਹ ਇਹਨਾਂ ਪੰਕਤੀਆਂ ਦੇ ਵਿੱਚ ਅਰਥ ਲੁਕੇ ਹੋਏ ਹਨ। ਆਓ ਫਿਰ ਦੁਬਾਰ ਤੋਂ ਸੁਣੋ। ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ। ਭਗਤ ਪ੍ਰਹਿਲਾਦ ਜੀ ਸੰਡੇ ਮਰਕੇ ਨੂੰ ਕਹਿ ਰਹੇ ਨੇ ਕਿ ਜੋ ਮੇਰੇ ਗੁਰੂ ਨਾਰਦ ਮੁਨੀ ਦਾ ਦਿੱਤਾ ਹੋਇਆ ਉਪਦੇਸ਼ ਹੈ ਉਸ ਦੁਆਰਾ ਹਿਰਦੇ ਅੰਦਰ ਭਗਵਾਨ ਦਾ ਧਿਆਨ ਲੱਗਾ ਹੋਇਆ ਹੈ ਅਤੇ ਤੁਹਾਡੇ ਕਹਿਣ ਤੋਂ ਹਉ ਕਬਹੁ ਨਾ ਛੋਟਾਉ ਹਰ ਕਾ ਨਾਮ। ਮੈਂ ਭਗਵਾਨ
ਦਾ ਨਾਮ ਜਪਣਾ ਕਦੇ ਕਿਸੇ ਵੀ ਕੀਮਤ ਤੇ ਨਹੀਂ ਛੱਡ ਸਕਦਾ। ਵਿਸ਼ਰਾਮ ਦੇ ਕੇ ਅੱਗੇ ਹੁਣ ਇਹ ਸਾਰੇ ਪ੍ਰਸੰਗ ਨੂੰ ਵਿਸਤਾਰ ਨਾਲ ਵਰਣਨ ਕਰਦੇ ਹਨ। ਪਿਤਾ ਪ੍ਰਹਿਲਾਦ ਪੜਨ ਪਠਾਇਆ। ਕਈ ਜਿਹੜੇ ਚੁੰਝ ਗਿਆਨੀ ਨੇ ਪੜ੍ਹੇ ਲਿਖੇ ਤੇ ਕਾਲਜਾਂ ਵਿੱਚ ਉਹ ਕਹਿੰਦੇ ਅਖੇ ਜੀ ਸਾਖੀ ਨਹੀਂ ਸੁਣਾਉਣੀ ਚਾਹੀਦੀ ਗੁਰਬਾਣੀ ਦੀ ਕਥਾ ਵਿੱਚ। ਕਈ ਤਾਂ ਇੰਨੇ ਨਾਸਤਿਕ ਨੇ, ਉਹ ਕਹਿੰਦੇ ਤੁਸੀਂ ਕੰਨ ਖਾਂਦੇ ਹੋ ਕਹਾਣੀਆਂ ਪਾ ਪਾ ਕੇ। ਸੰਗਤ ਜੀਓ, ਕਹਾਣੀਆਂ ਹੁੰਦੀਆਂ ਨੇ ਕਾਂ ਤੇ ਚਿੜੀ ਦੀਆਂ, ਕਹਾਣੀਆਂ ਹੁੰਦੀਆਂ ਬਾਂਦਰ ਤੇ ਬਿੱਲੀ ਦੀਆਂ। ਗੁਰਦੁਆਰੇ ਦੀਆਂ ਕਹਾਣੀਆਂ ਥੋੜ੍ਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੰਝ ਨਹੀਂ ਕਹੀਦਾ। ਇਹ ਤਾਂ ਸਾਖੀਆਂ ਨੇ। ਸਾਖੀ ਦਾ ਮਤਲਬ ਕੀ ਹੈ? ਉਗਾਹੀ, ਭਗਤਾਂ ਦੀ ਉਗਾਹੀ ਹੈ ਕਿ ਭਗਤੀ ਕਰਨੀ ਪਏਗੀ। ਸ਼ਰਧਾ ਪੈਦਾ ਹੁੰਦੀ ਹੈ। ਭਗਤ ਮਾਲ ਗ੍ਰੰਥ ਤੁਸੀਂ ਪੜ੍ਹੋ। ਮੈਂ ਤਾਂ ਸਭ ਤੋਂ ਪਹਿਲਾਂ ਇਹੀ ਪੜ੍ਹਿਆ ਸੀਗਾ ਤੇ ਆਪਦੀ ਮਾਂ ਕੋਲ ਭਗਤਾਂ ਦੀ ਬਾਣੀ ਦੀ ਸੰਥਿਆ ਕੀਤੀ ਸੀ। ਕਿੰਨੇ ਸੋਹਣੇ ਸ਼ਬਦ ਨੇ ਭਗਤਾਂ ਦੀ ਬਾਣੀ ਪੜ੍ਹਨ ਤੋਂ। ਸੋ ਮਹਾਰਾਜ ਦੀ ਕਿਰਪਾ ਹੁੰਦੀ ਹੈ, ਗੁਰੂ ਘਰ ਵਿੱਚ ਸ਼ਰਧਾ ਪੈਦਾ ਹੁੰਦੀ ਹੈ। ਸਾਡੇ ਬੱਚੇ ਹੋਰ ਬਥੇਰਾ ਕੁਛ ਪੜ੍ਹਦੇ ਨੇ। ਕਦੀ ਬੰਦਾ ਉਹਨਾਂ ਦੇ ਵਿਰੁੱਧ ਬੋਲਦਾ ਹੈ ਵੀ ਮੋਬਾਇਲ ਨਾ ਵੇਖੋ ਜੀ, ਇਹੋ ਜਿਹਾ ਕੁਛ ਨਾ। ਜੇ ਬਾਣੀ ਦੇ ਵਿੱਚ ਕੋਈ ਸਾਖੀ ਸੰਤਾਂ ਭਗਤਾਂ ਦੀ ਹੈ ਤੇ ਇਹਦੇ 'ਚ ਕੋਈ ਹਰਜ ਨਹੀਂ ਹੈ। ਉਹ ਤਾਂ ਸਿੱਖਿਆਦਾਇਕ ਹੈ। ਵੇਖੋ ਗੁਰੂ ਸਾਹਿਬ ਜੀ ਆਪ ਸੁਣਾ ਰਹੇ ਨੇ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਭਗਤ ਪ੍ਰਹਿਲਾਦ ਜੀ ਦੀ ਸਾਖੀ ਵਿਸਤਾਰ ਪੂਰਵਕ ਸ਼ਬਦ ਵਿੱਚ ਸੁਣਾ ਰਹੇ ਨੇ। ਪਿਤਾ ਪ੍ਰਹਿਲਾਦ ਪੜ੍ਹਨ ਪਠਾਇਆ। ਪ੍ਰਹਿਲਾਦ ਭਗਤ ਜੀ ਦੇ ਪਿਤਾ ਹਰਨਾਖਸ਼ ਨੇ ਪ੍ਰਹਿਲਾਦ ਭਗਤ ਜੀ ਨੂੰ ਦੈਂਤਾਂ ਦੇ ਗੁਰੂ ਸ਼ੁਕਰਾਚਾਰੀਏ ਦੇ ਪੁੱਤਰ ਸੰਡਾ ਤੇ ਮਰਕਾ ਕੋਲ ਪੜ੍ਹਨ ਲਈ ਭੇਜਣਾ ਕੀਤਾ। ਅੱਜ ਕੱਲ੍ਹ ਸਾਡੇ ਬੱਚੇ ਸਵੇਰੇ 8 ਸਾਢੇ 8 ਸਕੂਲੇ ਜਾਂਦੇ ਨੇ ਤੇ ਸ਼ਾਮਾਂ ਨੂੰ 1-1:30 ਵਜੇ ਆਪਦੇ ਘਰ ਆ ਜਾਂਦੇ ਨੇ। ਪੁਰਾਣਾ ਸਮਾਂ ਸੀਗਾ, ਇਹ ਜਿਹੜੀ ਪੜ੍ਹਾਈ ਜੋ ਵੀ ਧਾਰਮਿਕ ਤੇ ਦੁਨਿਆਵੀ, ਇਹ ਗੁਰੂਆਂ ਦੇ ਕੋਲ, ਉਸਤਾਦਾਂ ਦੇ ਕੋਲ, ਉਹਨਾਂ ਦੇ ਆਸ਼ਰਮਾਂ ਤੇ ਰਹਿ ਕੇ ਹੀ ਸਿੱਖੀ ਜਾਂਦੀ ਸੀ। ਉੱਥੇ ਰਹਿ ਕੇ ਸੇਵਾ ਵੀ ਕਰਨੀ ਦਿਨ ਰਾਤ। ਸੋ ਜਿਵੇਂ ਅੱਜ ਕੱਲ੍ਹ ਟਕਸਾਲਾਂ ਤੇ ਸੰਸਥਾਵਾਂ ਪੜ੍ਹਾਉਂਦੀਆਂ ਨੇ, ਅਸਲ 'ਚ ਬੰਦੇ ਦਾ ਜੀਵਨ ਇਸੇ ਤਰ੍ਹਾਂ ਹੀ ਬਣਦਾ ਹੈ। ਹੋਵੇ ਚੰਗਾ ਉਸਤਾਦ, ਪਰ ਇਹ ਦੈਂਤਾਂ ਦੇ ਸੀਗੇ ਰਾਜਨੀਤੀ ਪੜ੍ਹਾਉਣ ਵਾਲੇ। ਉਹਨੇ ਹੁਕਮ ਵੀ ਕੀਤਾ ਸੀਗਾ ਇਹ ਰਾਜਨੀਤੀ ਪੜ੍ਹਾਓ। ਤੋਂ ਸੰਡਾ ਤੇ ਮਰਕਾ ਕੋਲ ਪੜ੍ਹਨ ਲਈ ਜਦ ਭੇਜਣਾ ਕੀਤਾ, ਲੈ ਪਾਟੀ ਪਾਦੇ ਕਹਿ ਆਇਆ। ਸਾਡੇ ਵੇਲੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਲੱਕੜ ਦੀਆਂ ਫੱਟੀਆਂ ਹੁੰਦੀਆਂ ਸੀਗੀਆਂ। ਆਪਾਂ ਪਾਣੀ ਦੇ ਨਾਲ ਧੋ ਕੇ, ਗਾਚਣੀ ਨਾਲ ਪੋਚ ਕੇ, ਉੱਪਰ ਪੂਰਨੇ ਪਵਾ ਕੇ, ਪੈਨਸਲ ਦੇ ਨਾਲ ਤੇ ਕਲਮ ਤੇ ਕਾਲੀ ਸ਼ਾਹੀ ਦਵਾਰ ਦੇ ਨਾਲ ਉਹਦੇ ਉੱਪਰ ਲਿਖੀਦਾ ਸੀਗਾ। ਪਾਟੀ ਨਾਮ ਹੈ ਫੱਟੀ ਦਾ। ਤਖਤੀ ਲੈ ਕੇ, ਸਲੇਟਾਂ ਹੁੰਦੀਆਂ ਸੀਗੀਆਂ, ਲੱਕੜ ਦੀਆਂ ਫੱਟੀਆਂ ਸੀ। ਇਉਂ ਤਖਤੀ ਲੈ ਕੇ, ਫੱਟੀ ਲੈ ਕੇ ਪਾਸ ਆ ਗਿਆ ਭਗਤ ਪ੍ਰਹਿਲਾਦ। ਜਦੋਂ ਪੰਧ ਦੈਂਤਾਂ ਵਾਲੀ ਵਿਦਿਆ ਪੜ੍ਹਾਉਣ ਲੱਗਾ ਤਾਂ ਪ੍ਰਹਿਲਾਦ ਜੀ ਨੇ ਉਸ ਨੂੰ ਬਿਲਕੁਲ ਸਾਫ਼ ਸਪਸ਼ਟ ਅੱਖਰਾਂ ਵਿੱਚ ਜਵਾਬ ਦੇ ਦਿੱਤਾ ਕਿ ਨਾਮ ਬਿਨਾ ਨ ਪੜੋ ਆਚਾਰ। ਹੇ ਪਾਂਧਾ ਜੀ, ਹੇ ਸਰ ਜੀ, ਹੇ ਟੀਚਰ ਜੀ, ਹੇ ਮਾਸਟਰ ਜੀ, ਮੈਂ ਭਗਵਾਨ ਦੇ ਨਾਮ ਤੋਂ ਬਿਨਾਂ ਹੋਰ ਕੋਈ ਕਰਤੱਵ ਵਾਲੀ ਵਿਦਿਆ ਨੂੰ ਨਹੀਂ ਪੜਾਂਗਾ। ਮੇਰੀ ਪਟੀਆਂ ਲਿਖਦੇ ਹੋ ਗੋਬਿੰਦ ਮੁਰਾਰ। ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਆਸਾ ਮਹੱਲਾ ਤੀਜਾ ਪੱਟੀ ਲਿਖੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਗੋਪਾਲ ਪੰਥ ਦੇ ਕੋਲ ਨਾਮ ਦੀ ਪੱਟੀ ਲਿਖੀ ਸੀ। ਤੀਜੇ ਪਾਤਸ਼ਾਹ ਨੇ ਵੀ ਉਹ ਸਾਰੇ ਗੁਰਮੁਖੀ ਅੱਖਰ ਗੁਰਬਾਣੀ ਵਿੱਚ ਦਰਜ ਕੀਤੇ ਨੇ। ਭਗਤ ਪ੍ਰਹਿਲਾਦ ਜੀ ਕਹਿੰਦੇ ਨੇ ਮੇਰੀ ਫੱਟੀ ਉੱਪਰ ਤਾਂ ਤੁਸੀਂ ਮੁਰਦਿਆਂ ਦਾ ਨਾਸ਼ ਕਰਨ ਵਾਲੇ ਗੋਬਿੰਦ ਪਰਮਾਤਮਾ ਦਾ ਨਾਮ ਹੀ ਲਿਖ ਦੇਣਾ ਕਰੋ।
ਇਹ ਸੁਣ ਕੇ ਸੰਡਾ ਮਰਕਾ ਬਹੁਤ ਹੈਰਾਨ ਹੋਏ ਤੇ ਹਰਨਾਕਸ਼ ਦੇ ਵਿਰੋਧੀ ਭਗਵਾਨ ਦਾ ਨਾਮ ਸੁਣ ਕੇ ਉਹ ਪ੍ਰਹਿਲਾਦ ਨੂੰ ਉਸ ਦੀ ਮਾਂ ਦੇ ਕੋਲ ਲੈ ਕੇ ਆਏ ਤੇ ਸਾਰੀ ਗੱਲ ਦੱਸੀ ਵੀ ਤੇਰਾ ਮੁੰਡਾ ਸਾਨੂੰ ਕਹਿ ਰਿਹਾ ਈ ਉਹ ਜੇ ਤੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਤੇ ਮੁੰਡੇ ਨੂੰ ਤਾਂ ਨਾ ਮਾਰਨਾ ਵਿੱਚ ਸਾਡੀ ਵੀ ਰੇਲ ਬਣਾ ਦੂਗਾ। ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ। ਆਪਣੇ ਪੁੱਤਰ ਪ੍ਰਹਿਲਾਦ ਦੇ ਕੋਲ ਉਸ ਦੀ ਮਾਂ ਨੇ ਆਖਿਆ ਕਿ ਹੇ ਪੁੱਤਰ ਪ੍ਰਹਿਲਾਦ, ਪਰ ਵਿਰਤ ਨ ਪੜ੍ਹੋ ਰਹੀ ਸਮਝਾਏ। ਸੰਡੇ ਮਰਕੇ ਨੇ ਸ਼ਿਕਾਇਤ ਜੋ ਲਾਈ ਵੀ ਆਪਦੇ ਮੁੰਡੇ ਨੂੰ ਸਮਝਾ ਤੇ ਮਾਂ ਕਹਿੰਦੀ ਹੈ ਕਿ ਤੂੰ ਪੁੱਤਰ ਪਰਾਏ ਦੀ ਰਸਮ ਰੀਤੀ ਅਨਿਆ ਰੀਤੀ ਨਾ ਪੜਨਾ ਕਰ, ਭਾਵ ਆਪਣੇ ਪਿਤਾ ਦੇ ਦੁਸ਼ਮਣ ਭਗਵਾਨ ਦਾ ਭਜਨ ਨਾ ਕਰ। ਇਉਂ ਮਾਤਾ ਬਹੁਤ ਸਮਝਾਉਂਦੀ ਰਹੀ ਕਿ ਭਗਵਾਨ ਦਾ ਨਾਮ ਲੈਣ ਕਰਕੇ ਤੇਰਾ ਪਿਤਾ ਤੈਨੂੰ ਦੰਡ ਦੇਵੇਗਾ। ਤਦੋਂ ਪ੍ਰਹਿਲਾਦ ਨੇ ਅੱਗੋਂ ਮਾਂ ਨੂੰ ਵੀ ਜਵਾਬ ਦਿੱਤਾ, ਨਿਰਭਉ ਦਾਤਾ ਹਰ ਜੀਉ ਮੇਰਾ ਨਾਲ। ਇਹ ਮਾਂ ਭੈ ਤੋਂ ਰਹਿਤ ਕਰਨ ਵਾਲਾ ਦਾਤਾ ਪ੍ਰਭੂ ਜੀ ਸਦਾ ਮੇਰੇ ਅੰਗ ਸੰਗ ਮੇਰੇ ਨਾਲ ਹੈ। ਜੇ ਹਰ ਛੋਟੋ ਤੋਂ ਕੁਲ ਲਾਗੈ ਗਾਲ। ਜੇਕਰ ਮੈਂ ਕਿਸੇ ਦਾ ਡਰ ਮੰਨ ਕੇ ਭਗਵਾਨ ਦਾ ਨਾਮ ਲੈਣਾ ਛੱਡ ਦੇਵਾਂਗਾ ਤਾਂ ਤੁਹਾਡੀ ਸਾਰੀ ਕੁਲ ਨੂੰ ਕਲੰਕ ਲੱਗ ਜਾਵੇਗਾ ਕਿ ਦੈਂਤਾਂ ਦੀ ਕੁਲ ਵਿੱਚ ਕੋਈ ਵੀ ਪ੍ਰਮਾਤਮਾ ਦਾ ਭਗਤ ਨਹੀਂ ਪੈਦਾ ਹੋਇਆ। ਇਸ ਕਰਕੇ ਮੈਂ ਰਾਮ ਨਾਮ ਜਪਣਾ ਨਹੀਂ ਛੱਡਾਂਗਾ, ਜਾਂ ਜੇ ਮੈਂ ਰਾਮ ਨਾਮ ਜਪਣਾ ਛੱਡ ਦਿੰਦਾ ਹਾਂ ਤਾਂ ਮੇਰੇ ਉਪਦੇਸ਼ਕ ਗੁਰੂ ਨਾਰਦ ਮੁਨੀ ਦੀ ਕੁਲ ਨੂੰ ਕਲੰਕ ਲੱਗ ਜਾਵੇਗਾ। ਭਾਵ ਹੋ ਰਿਸ਼ੀ ਮੁਨੀ ਮੇਰੇ ਗੁਰੂ ਨਾਰਦ ਨੂੰ ਕਹਿਣਗੇ ਕਿ ਤੂੰ ਇਹੋ ਜਿਹੇ ਚੇਲੇ ਬਣਾਉਂਦਾ ਹੋਏ, ਤੇਰੇ ਕੋਲੋਂ ਉਪਦੇਸ਼ ਲੈ ਕੇ ਵੇਖ ਤੇਰਾ ਚੇਲਾ ਪ੍ਰਹਿਲਾਦ ਭਗਤ ਦੈਂਤਾਂ ਤੋਂ ਡਰਦਾ ਹੀ ਰਾਮ ਨਾਮ ਜਪਣਾ ਛੱਡ ਗਿਆ ਹੈ। ਇਉਂ ਪ੍ਰਹਿਲਾਦ ਭਗਤ ਰਾਮ ਨਾਮ ਜਪਦਾ ਰਿਹਾ। ਜਾਂ ਭਗਤਾਂ ਦੀ ਕੁਲ ਤਾਂ ਭਗਤਾਂ ਵਾਲੀ ਹੁੰਦੀ ਹੈ। ਜਿੰਨੇ ਵੀ 15 ਭਗਤ ਨੇ, ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਇਹ ਭਗਤਾਂ ਦੀ ਕੁਲ ਨੂੰ ਗਾਲ ਜਾਊਗੀ ਕਿ ਭਗਤੀ ਕਰਨ ਵਾਲੇ ਇੰਨਾ ਡਰ ਜਾਂਦੇ ਨੇ। ਇਉਂ ਰਾਮ ਨਾਮ ਜਪਦਾ ਰਿਹਾ। ਜਦੋਂ ਸੰਡਾ ਮਰਕਾ ਕਿਤੇ ਜਾਣ ਤਦੋਂ ਸਾਰੇ ਦੈਂਤਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਕੀਰਤਨ ਭਗਤੀ ਕਰਨ ਲੱਗ ਜਾਇਆ ਕਰੇ। ਆਓ ਨਿਆਣਿਓ ਆਪਾਂ ਇਕੱਠੇ ਹੋ ਗਏ, ਉੱਚੀ ਉੱਚੀ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਉਹਦਾ ਮੰਤਰ ਤਾਂ ਨਾਰਾਇਣ ਜਾਂ ਰਾਮ ਹੋਊਗਾ, ਇਸ ਤਰ੍ਹਾਂ ਉੱਚੀ ਉੱਚੀ ਬੋਲਦਾ ਸੀਗਾ। ਇਹ ਕੁਝ ਸੰਡਾ ਮਰਕਾ ਨੇ ਵੇਖ ਕੇ ਆਖਰ ਹਰਨਾਕਸ਼ ਕੋਲ ਜਾ ਕੇ ਕਿਹਾ ਕਿ ਪ੍ਰਹਿਲਾਦ ਸਭ ਚਾਟੜੇ ਵਿਗਾਰੇ। ਦੈਂਤਾਂ ਦੇ ਰਾਜਨ ਤੇਰੇ ਪੁੱਤਰ ਪ੍ਰਹਿਲਾਦ ਨੇ ਆਪ ਤਾਂ ਵਿਗੜਿਆ ਸੀਗਾ, ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ। ਨਾਮ ਜਪਣ ਵਾਲਿਆਂ ਨੂੰ ਲੋਕ ਵਿਗੜਿਆ ਬੋਲਦੇ ਨੇ, ਵਿਗੜੀ ਦੁਨੀਆ ਆਪ ਹੈ। ਕਹਿੰਦੇ ਆਪਣੇ ਨਾਲ ਦੇ ਸਾਰੇ ਚੇਲੇ ਵਿਦਿਆਰਥੀ ਉਹਨੇ ਵਿਗਾੜ ਸੁੱਟੇ ਨੇ। ਹਮਾਰਾ ਕਹਿਆ ਨਾ ਸੁਣ। ਸਾਡਾ ਤਾਂ ਕਿਹਾ ਹੋਇਆ ਕੁਝ ਵੀ ਸੁਣਦਾ ਨਹੀਂ ਹੈ। ਅਸੀਂ ਤਾਂ ਸਿਰ ਖਪਾ ਲਿਆ, ਹੰਭ ਗਏ ਬੋਲ ਬੋਲ ਕੇ। ਆਪਣੇ ਕਾਰਜ ਸਵਾਰੇ। ਸਗੋਂ ਆਪ ਦੇ ਵਿਸ਼ਨੂੰ ਭਗਤੀ ਕਰਨ ਦੇ ਕੰਮ ਹੀ ਸਵਾਰੀ ਜਾਂਦਾ ਹੈ। ਸਭ ਨਗਰੀ ਮੈਂ ਭਗਤ ਦਰੜਾਈ। ਤੇਰੇ ਪੁੱਤਰ ਨੇ ਸਾਰੀ ਨਗਰੀ 'ਚ ਵਿਸ਼ਨੂੰ ਦੀ ਭਗਤੀ ਪ੍ਰਪੱਕ ਕਰਵਾ ਦਿੱਤੀ ਹੈ, ਕਿਉਂਕਿ ਉਦੋਂ ਵਿਸ਼ਨੂੰ ਨੂੰ ਹੀ ਭਗਵਾਨ ਰੱਬ ਸਮਝਿਆ ਜਾਂਦਾ ਸੀਗਾ। ਅਸਲੀ ਰੱਬ ਦੀ ਸੋਝੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ। ਸਾਰੇ ਵਿਸ਼ਨੂੰ ਦੇ ਭਗਤ ਹੋਏ ਨੇ ਜਿੰਨੇ ਭਗਤ ਹੋਏ ਨੇ। ਫਿਰ ਮਹਾਰਾਜ ਵੇਖੋ ਗੁਰੂ ਨਾਨਕ ਪ੍ਰਕਾਸ਼ 'ਚ ਪ੍ਰਸੰਗ ਆਉਂਦਾ, ਪ੍ਰਹਿਲਾਦ ਦੀ ਪੁਰੀ 'ਚ ਗਏ, ਧਰੂਵ ਦੇ ਕੋਲ ਗਏ, ਸਾਰਿਆਂ ਨੂੰ ਅਕਾਲ ਪੁਰਖ ਦੀ ਜਾਣਕਾਰੀ ਦਿੱਤੀ ਹੈ। ਸਾਡੇ ਵੱਡੇ ਭਾਗ ਨੇ। ਕਲਗੀਧਰ ਜੀ ਨੇ ਬਚਨ ਕੀਤਾ, ਜਾਗਤ ਜੋਤ ਜਪੈ ਨਿਸਬਾਸੁਰ। ਬਚਿੱਤਰ ਨਾਟਕ ਦੇ ਵਿੱਚ ਇਹੀ ਸਪਸ਼ਟ ਕੀਤਾ ਕਿ ਸਭ ਵਿਸ਼ਨੂੰ ਦਾ ਜਾਪ ਜਪਦੇ, ਕਿਉਂਕਿ ਉਹਨਾਂ ਨੇ ਭਗਵਾਨ ਬਾਰੇ ਦੱਸਿਆ ਹੀ ਨਹੀਂ ਸੀ। ਹੁਣ ਮੇਰੇ ਵਰਗੇ ਨੂੰ ਕੀ ਪਤਾ ਕਿ ਰੱਬ ਕੋਈ ਹੈ। ਆਖਰ ਵਿਸ਼ਨੂੰ ਆਪ ਹੀ ਦੱਸੋ ਫੇਰ ਹੀ ਹੈ। ਉਹਨਾਂ ਆਪ ਦੀ ਪੂਜਾ ਕਰਾਉਣ ਖਾਤਰ ਰੱਬ ਦੀ ਸੋਝੀ ਹੀ ਨਹੀਂ ਦਿੱਤੀ। ਉਹ ਤਾਂ ਸਾਡੇ ਗੁਰੂਆਂ ਨੇ ਸਾਡੇ 'ਤੇ ਕਿਰਪਾ ਕੀਤੀ। ਇੱਕੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮੇਸ਼ਰ ਦੀ ਭਗਤੀ ਦ੍ਰਿੜ ਕਰਵਾਈ ਹੈ। ਦੁਸ਼ਟ ਸਭਾ ਕਾ ਕੈਸਨ ਵਸਾਈ।
ਦੁਸ਼ਟ ਸਭਾ ਭਾਵ ਦੈਂਤਾਂ ਦੀ ਸਭਾ ਦਾ ਉਸ ਪ੍ਰਹਿਲਾਦ ਉੱਪਰ ਕੁਝ ਵੀ ਵਸ ਨਹੀਂ ਚੱਲਿਆ। ਸੰਡੈ ਮਰਕੈ ਕੀ ਪੁਕਾਰ, ਸੰਡੇ ਤੇ ਮਰਕੇ ਨੇ ਹਰਨਾਕਸ਼ ਦੇ ਪਾਸ ਜਾ ਕੇ ਫਰਿਆਦ ਕੀਤੀ ਜਾਂ ਪ੍ਰਹਿਲਾਦ ਦੀ ਸ਼ਿਕਾਇਤ ਕੀਤੀ ਕਿ ਸਭੇ ਦੈਤ ਰਹੇ ਝਾਕ ਮਾਰ, ਸਾਰੇ ਹੀ ਰਾਖਸ਼ ਝੱਖਾ ਮਾਰ ਰਹੇ, ਭਾਵ ਬਹੁਤਾ ਸਮਝਾ ਕੇ ਥੱਕ ਗਏ ਨੇ, ਪਰ ਪ੍ਰਹਿਲਾਦ ਨੇ ਕਿਸੇ ਦੀ ਕੋਈ ਵੀ ਗੱਲ ਨਹੀਂ ਮੰਨੀ। ਭਗਤ ਜਨਾ ਕੀ ਪਤ ਰੱਖੈ ਸੋਈ, ਸਿੱਖੋ ਆਪਣੇ ਭਗਤ ਜਨਾਂ ਦੀ ਇੱਜ਼ਤ ਉਹੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਖੁਦ ਆਪ ਰੱਖਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਕੀਤੇ ਕੈ ਕਹਿਆ ਕਿਆ ਹੋਈ, ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਇਸ ਜੀਵ ਦੇ ਕੁਝ ਆਖਣ ਦੇ ਨਾਲ ਭਲਾ ਕੀ ਹੋ ਸਕਦਾ ਹੈ? ਮਤਲਬ ਕੁਝ ਵੀ ਨਹੀਂ ਹੋ ਸਕਦਾ। ਕਿਰਤ ਸੰਜੋਗੀ ਦੈਤ ਰਾਜ ਚਲਾਇਆ, ਪਿਛਲੇ ਕੀਤੇ ਹੋਏ ਤਾਪਾਦਕ ਪੁੰਨ ਕਰਮਾਂ ਦੇ ਸੰਜੋਗ ਕਰਕੇ ਇਸ ਹਰਨਾਕਸ਼ ਦੈਂਤ ਨੇ ਰਾਜ ਨੂੰ ਚਲਾਉਣਾ ਕੀਤਾ ਹੈ। ਕਹਿੰਦੇ ਤਪੋਂ ਰਾਜ, ਤਪ ਕਰਕੇ ਰਾਜ ਮਿਲਦਾ ਤੇ ਰਾਜ ਪਾ ਕੇ ਬੰਦਾ ਹੰਕਾਰੀ ਹੋ ਜਾਂਦਾ, ਜ਼ੁਲਮ ਕਰਦਾ। ਸਕੇ ਪੁੱਤਰ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, ਫਿਰ ਰਾਜੋਂ ਨਰਕ, ਇਹ ਨਰਕਾਂ 'ਚ ਪੈਂਦਾ ਹੈ। ਹਰ ਨਾ ਬੂਝੈ ਤਿਨ ਆਪ ਭੁਲਾਇਆ, ਪਰ ਇਹ ਪਰਮਾਤਮਾ ਨੂੰ ਸਮਝਦਾ ਨਹੀਂ ਹੈ ਤੇ ਉਸ ਪਰਮਾਤਮਾ ਨੇ ਇਸ ਨੂੰ ਬੇਮੁਖ ਜਾਣ ਕੇ ਆਪ ਹੀ ਆਪਣੇ ਵੱਲੋਂ ਭੁਲਾ ਦਿੱਤਾ ਹੈ। ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ, ਉਸ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਦੇ ਨਾਲ ਸਕੇ ਮੁੰਡੇ ਨਾਲ ਝਗੜਾ ਰਚਾ ਦਿੱਤਾ। ਅੰਧਾ ਨਾ ਬੂਝੈ ਕਾਲ ਨੇੜੇ ਆਇਆ, ਪਰ ਉਹ ਅੰਨਾ ਅਗਿਆਨੀ ਇਹ ਨਹੀਂ ਸਮਝਦਾ ਕਿ ਉਸ ਦਾ ਅੰਤ ਦਾ ਸਮਾਂ ਨਜ਼ਦੀਕ ਆ ਗਿਆ ਹੈ। ਜਦ ਬੰਦੇ ਦੀ ਮੌਤ ਆਏ ਤੇ ਕੁੱਤੇ ਦੀ ਮੌਤ ਆਏ ਤੇ ਉਹ ਕੀ ਕਰਦਾ? ਤੁਹਾਨੂੰ ਸਾਰਿਆਂ ਨੂੰ ਪਤਾ, ਧਾਰਮਿਕ ਸਥਾਨ ਦਾ ਵੀ ਖਿਆਲ ਨਹੀਂ ਰੱਖਦਾ ਹੈ। ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਹਰਨਾਕਸ਼ ਨੇ ਭਗਤ ਪ੍ਰਹਿਲਾਦ ਨੂੰ ਇੱਕ ਕੋਠੇ 'ਚ ਬੰਦ ਕਰਕੇ ਰੱਖ ਲਿਆ, ਰੱਖ ਦਿੱਤਾ। ਬਾਰ ਦੀਆਂ ਤਾਲਾਂ, ਅਤੇ ਬਾਹਰ ਨੂੰ ਮਲਵਈਆਂ ਦੀ ਬੋਲੀ ਹੈ, ਦਰਵਾਜ਼ੇ ਨੂੰ ਤਾਲਾ ਜੰਦਰਾ ਲਵਾ ਦਿੱਤਾ। ਨਿਰਭਉ ਬਾਲਕ ਮੂਲ ਨ ਡਰਾਈ, ਪਰ ਭੈ ਤੋਂ ਰਹਿਤ ਬੱਚਾ ਪ੍ਰਹਿਲਾਦ ਉੱਕਾ ਹੀ ਨਹੀਂ ਡਰਿਆ। ਮੇਰਾ ਅੰਤਰ ਗੁਰ ਗੋਪਾਲਾ, ਸਭੋਂ ਕਹਿੰਦਾ ਸੀ ਕਿ ਮੇਰੇ ਹਿਰਦੇ ਵਿੱਚ ਵੱਡਾ ਪਰਮਾਤਮਾ ਜੋ ਵਸਿਆ ਹੋਇਆ, ਡਰਨ ਦੀ ਕੀ ਲੋੜ? ਦੁਨੀਆ ਡਰਦਿਆਂ ਨੂੰ ਡਰਾਉਂਦੀ ਹੈ। ਸੋ ਗੁਰੂ ਨਾਰਦ ਮੁਨੀ ਦੇ ਉਪਦੇਸ਼ ਦੁਆਰਾ ਗੋਪਾਲ ਪ੍ਰਭੂ ਮੇਰੇ ਹਿਰਦੇ 'ਚ ਸਾਖਸ਼ਾਤ ਹੋਇਆ ਹੈ। ਜਦ ਮੇਰਾ ਰੱਬ ਮੇਰੇ ਨਾਲ ਹੈ ਤੇ ਮੈਂ ਕਿਉਂ ਡਰਾਂ? ਕੀਤਾ ਹੋਵੈ ਸਰੀਰੀ ਕਰ, ਸਿੱਖੋ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਜੀਵ ਜੇਕਰ ਉਸ ਪ੍ਰਭੂ ਦੇ ਨਾਲ ਬਰਾਬਰੀ ਕਰਦਾ, ਸ਼ਰੀਕਪੁਣਾ ਕਰਦਾ ਹੈ, ਅਨਹੋਤਾ ਨਵ ਤਰਾਇਆ, ਤਦ ਉਸ ਦਾ ਵੱਡਾ ਨਾਮ ਧਰਾਇਆ ਹੋਇਆ ਵੀ ਵਿਅਰਥ ਫਜ਼ੂਲ ਹੀ ਹੈ। ਕੋਈ ਵੱਡਾ ਹੋ ਸਕਦਾ ਪਰ ਰੱਬ ਗੁਰੂ ਨਾਨਕ ਸਾਹਿਬ ਤੋਂ ਵੱਡਾ ਨਹੀਂ ਹੈ। ਜੋ ਤੁਰ ਲਿਖਿਆ ਸੋ ਆਏ ਪਹੁੰਚਾ, ਜੋ ਕੁਝ ਤੁਰੋਂ ਲੇਖ ਲਿਖਿਆ ਹੋਇਆ ਸੀ ਉਹ ਆਣ ਪਹੁੰਚਿਆ ਹੈ। ਜਨ ਸਿਉ ਬਾਦ ਰਚਾਇਆ, ਲਓ ਹੁਣ ਹਰਨਾਕਸ਼ ਦੀ ਮੌਤ ਆ ਗਈ ਜੀ, ਪਰ ਅਸੀਂ ਅੱਜ ਨਹੀਂ ਇਹਨੂੰ ਮਾਰਨਾ। ਜਿਹੜਾ ਦੁਸਹਿਰਾ ਹੁੰਦਾ ਪਹਿਲਾਂ ਕਈ ਕੁਛ ਕਰਦੇ ਮੁੜ ਕੇ
ਉਹ ਐਂਡ ਨੂੰ ਹੀ ਮਾਰਦੇ ਨੇ। ਸੋ ਹਰਨਾਕਸ਼ ਨੂੰ ਕੱਲ ਮਾਰਾਂਗੇ। ਹਰਨਾਕਸ਼ ਨੇ ਪ੍ਰਹਿਲਾਦ ਭਗਤ ਦੇ ਨਾਲ ਅੱਜ ਤਾਂ ਝਗੜਾ ਰਚਾ ਦਿੱਤਾ ਤੇ ਕੱਲ੍ਹ ਇਹ ਮਰੂਗਾ। ਇੱਥੇ ਹੀ ਸਮਾਪਤੀ ਕਰਦੀ ਹਾਂ ਜੀ। ਭੁੱਲਾਂ ਚੁੱਕਾ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਕੀਤਾ ਹੋਵੈ ਸਰੀ ਕੀ ਕਰੈ ਅਨਹੁਦਾ ਨ ਉਤਰਾਇਆ। ਜੋ ਤੁਰ ਲਿਖਿਆ ਸੋ ਆਏ ਪਹੁੰਤਾ ਜਨ ਸੰਵਾਦ ਰਚਾਇਆ। ਵਾਹਿਗੁਰੂ ਜੀ ਕਾ ਖਾਲਸਾ